ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਮ ਤੌਰ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਜਦੋਂ ਵੀ ਪਾਠ ਕਰਦੇ ਹਾਂ ਤੇ ਉਸ ਦੇ ਵਿੱਚ ਗੁਰਬਾਣੀ ਦੇ ਵਿੱਚ 5 ਬੁਰਾਈਆਂ ਦਾ ਜ਼ਿਕਰ ਆਉਂਦਾ ਹੈ, ਜਿਹਦੇ ਨਾਲ ਅਸੀਂ ਸਾਰੇ ਵੀ ਆਰ ਫੈਮੀਲੀਅਰ ਵਿਦ ਦੈਟ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਔਰ ਇਹਦੇ ਬਾਰੇ ਸਾਰੇ ਗੁਰੂ ਸਾਹਿਬਾਨ ਨੇ ਬਾਰ-ਬਾਰ ਸੁਚੇਤ ਕੀਤਾ ਬਚਣ ਵਾਸਤੇ। ਪਰ ਕੁਝ ਹੋਰ ਵੀ ਐਸੀਆਂ ਗੱਲਾਂ ਨੇ, ਐਸੀਆਂ ਬੁਰਾਈਆਂ ਨੇ ਜਿਹੜੀਆਂ ਸਾਡੇ ਜੀਵਨ ਵਿੱਚ ਅਕਸਰ ਆ ਜਾਂਦੀਆਂ ਨੇ। ਕਈ ਵਾਰੀ ਸਾਡੇ ਬਿਨਾਂ ਜਾਣੇ ਅਸੀਂ ਉਹ ਗਲਤ ਕੰਮ ਕਰ ਦਿੰਦੇ ਹਾਂ, ਜਿਸ ਦੇ ਬਾਰੇ ਗੁਰੂ ਸਾਹਿਬ ਨੇ ਬਾਣੀ 'ਚ ਬਾਰ-ਬਾਰ ਲਿਖਿਆ ਹੈ, ਪਰ ਸਾਡਾ ਉਸ ਪਾਸੇ ਧਿਆਨ ਨਹੀਂ ਜਾਂਦਾ। ਸੋ ਅੱਜ ਇਹ ਨਿੰਦਾ ਔਰ ਉਸਤਤ ਦੋਨਾਂ ਦੇ ਬਾਰੇ ਮੈਂ ਜਿੰਨਾ ਸਮਝ ਸਕਿਆ ਬਾਣੀ ਵਿੱਚੋਂ ਆਪ ਜੀ ਨਾਲ ਸ਼ੇਅਰ ਕਰਾਂਗਾ। ਜੋ ਕਮੀ ਪੇਸ਼ੀ ਰਹਿ ਜਾਏ ਆਪ ਜੀ ਉਸ ਨੂੰ ਮੈਨੂੰ ਸੁਝਾਅ ਦੇ ਸਕਦੇ ਹੋ, ਕਰੈਕਟ ਕਰ ਸਕਦੇ ਹੋ। ਸਕਰੀਨ ਸ਼ੇਅਰ ਕਰ ਲਈਏ ਤਾਂ ਸੌਖਾ ਹੋ ਜਾਏਗਾ। ਸ਼ੇਅਰ ਸਕਰੀਨ, ਹਾਂਜੀ। ਹਾਂਜੀ, ਸੋ ਤੁਸੀਂ ਦੇਖੋ, ਹਾਂਜੀ, ਨਿੰਦਾ ਤੇ ਉਸਤਤ ਗੁਰਬਾਣੀ ਅਨੁਸਾਰ ਦੋਵੇਂ ਗੱਲਾਂ ਨੂੰ ਗੁਨਾਹ ਮੰਨਿਆ ਗਿਆ ਹੈ। ਕਿਉਂ? ਪਹਿਲੇ ਤੇ ਇਹ ਦੇਖੀਏ ਕਿ ਇਹ ਹੈ ਕੀ। ਗੁਰਬਾਣੀ ਅਨੁਸਾਰ ਇਸ ਦੇ ਬਾਰੇ ਉਹਨਾਂ ਨੇ ਕਿਹਾ ਕਿ ਇਸ ਵਿੱਚ ਝੂਠ ਹੈ, ਲੋਭ ਹੈ, ਹੰਕਾਰ ਹੈ ਔਰ ਗੁਨਾਹਾਂ ਦਾ ਗੁਨਾਹ ਹਨ। ਇਹ ਗੱਲਾਂ ਜਿੱਥੇ ਸੰਤ ਕੀ ਨਿੰਦਾ ਦੋਖ ਮਹਿ ਦੋਖ, ਵਰਸਟ ਅਮੰਗ ਸਿਨਸ, ਦੋਖ ਨੂੰ ਸਿਨ ਦੇ ਨਾਲ ਉਹਨਾਂ ਨੇ ਕੰਪੇਅਰ ਕੀਤਾ। ਔਰ ਨਿੰਦਾ ਚਿੰਦਾ ਕਰਹਿ ਪਰਾਈ ਝੂਠੀ ਲਾਇਤਵਾਰ, ਉਹਨਾਂ ਨੇ ਕਿਹਾ ਇਹ ਝੂਠ ਵੀ ਹੈ ਔਰ ਲਾਇਤਵਾਰੀ ਇੱਕ ਗੌਸਿਪ ਹੈ, ਐਵੇਂ ਵਿਹਲੇ ਬੈਠ ਕੇ ਕਿਸੇ ਨੂੰ ਚੰਗਾ ਮਾੜਾ ਕਹਿਣਾ। ਔਰ ਤੀਸਰੀ ਲਾਈਨ ਦੇ ਵਿੱਚ ਹੈ ਨਰ ਨਿੰਦਕ ਲੋਭੀ ਮਨ ਕਠੋਰ। ਉਹ ਵਿਅਕਤੀ ਜਿਹੜੀ ਨਿੰਦਾ ਕਰਦੇ ਨੇ ਉਹਨਾਂ ਦੇ ਮਨ 'ਚ ਕੋਈ ਲੋਭ ਵੀ ਹੁੰਦਾ, ਕਿਸੇ ਕੋਲੋਂ ਕੋਈ ਫਾਇਦਾ ਉਠਾਉਣਾ ਚਾਹੁੰਦੇ ਨੇ, ਇਸ ਕਰਕੇ ਵੀ ਕਿ ਉਹਨਾਂ ਦੇ ਸਾਹਮਣੇ ਕਿਸੇ ਹੋਰ ਦੀ ਨਿੰਦਾ ਕਰਦੇ ਨੇ। ਇਹ ਉਹਦੇ ਬਾਰੇ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਲਿਖਿਆ। ਅੱਗੇ ਮੈਂ ਦੱਸਣਾ ਚਾਹਾਂਗਾ ਕਿ ਨਿੰਦਾ ਦੇ ਕਾਰਨ ਕੀ ਨੇ। ਨਿੰਦਕ ਦੇ ਮਨ ਵਿੱਚ ਕੀ ਆਉਂਦਾ? ਈਰਖਾ ਹੁੰਦੀ ਹੈ, ਹੰਕਾਰ ਹੁੰਦਾ, ਉਸ ਦੇ ਮਨ 'ਚ ਅਸੁਰੱਖਿਅਤਾ ਦੀ ਭਾਵਨਾ ਹੁੰਦੀ ਹੈ, ਕਮਜ਼ੋਰੀ ਹੁੰਦੀ ਹੈ ਆਪਣੇ ਆਪ ਵਿੱਚ, ਤੇ ਹੀਨਤਾ ਹੁੰਦੀ ਹੈ ਜਿਸ ਨੂੰ ਤੁਸੀਂ ਜੈਲਸੀ ਕਹਿ ਸਕਦੇ ਹੋ, ਈਗੋ, a feeling of insecurity, inadequacy and inferiority complex in the person who criticizes unnecessarily ਜਾਂ ਕਿਸੇ ਦੀ ਨਿੰਦਾ ਕਰਦਾ। ਉਹਦੇ ਆਪਣੇ ਵਿੱਚ ਇਹ ਗੱਲਾਂ ਜ਼ਰੂਰ ਹੋਣਗੀਆਂ, ਇੱਕ ਹੋਏਗੀ ਜਾਂ ਜ਼ਿਆਦਾ ਹੋਣਗੀਆਂ। ਤਾਂ ਹੀ ਗੁਰੂ ਸਾਹਿਬ ਨੇ ਵੀ ਫਰਮਾਇਆ ਹੈ ਕਿ ਨਿੰਦਾ ਕਰਦਾ ਪਛਮੁਆ ਵਿੱਚ ਦੇਹੀ ਭਖ ਹੈ। ਉਸ ਦੀ ਜਿਹੜੀ ਦੇਹੀ ਹੈ, ਸਰੀਰ ਹੈ, ਉਹ ਅੰਦਰੋਂ ਭਖ ਰਿਹਾ ਹੈ। ਮਤਲਬ ਉਹਦੇ ਅੰਦਰ ਕੋਈ ਐਸੀ ਈਰਖਾ ਜਾਂ ਹੰਕਾਰ ਦੀ ਭਾਵਨਾ ਹੈ ਜਿਹੜੀ ਉਸ ਨੂੰ ਅੰਦਰੋਂ ਸੇਕ ਦੇ ਰਹੀ ਹੈ, ਉਹ ਭਖ ਰਿਹਾ ਹੈ। ਔਰ ਉਹ ਆਪਣੀ ਉਸ ਮਾਨਸਿਕ ਅਵਸਥਾ ਨੂੰ ਕਾਊਂਟਰ ਕਰਨ ਲਈ ਕੁਛ ਨਾ ਕੁਛ ਕਿਸੇ ਦੇ ਬਾਰੇ ਬੋਲਦਾ।
ਇਸੇ ਤਰ੍ਹਾਂ ਅੱਗੇ ਲਿਖਦੇ ਨੇ ਇੱਕ ਹੋਰ ਸ਼ਬਦ ਦੇ ਵਿੱਚ, ਜੋ ਦੇਖੇ ਛਿद्र, छिद्र मैंने किसी की कमजोरी, तो इन निंदक उमा है इज ऑब्वियसली खुश हुंदा, भलो देख दुख भरीए, किसी दे अंदर कोई अच्छाई देख के या किसी भले व्यक्ति ਨੂੰ देख के ਉਹਨੂੰ दुख हुंदा, भलो देख दुख भरीए। जे किसी च कोई कमी देखता, चलो कमियां तो दुनिया च हर इंसान कोई ना कोई छोटी मोटी रह ही जाती है, परफेक्ट तो एक परमात्मा ही है जिस विच कोई कमी नहीं। तो जे किसी की बुराई अंदर कमजोरी देख के उसनों झट उछालता है और बड़ा खुश होता है। ये उसके कैरेक्टरिस्टिक्स कारण गुरु साहब ने फरमाए हैं। अगे निंदा तुसी देखो हिस्टरी विच बड़े वड्डे वड्डे गुरु साहिबान दी भी कीती है लोगों ने। एक बड़े हंबल गुरु नानक साहब जिन्हों ने अपने आप को क्या नीचा अंदर नीच, वड्डियां सो क्या रीस, उन्हां दे बारे भी एक सो कॉल्ड महापुरुष ने, मैं उसका नाम नहीं लेना चाहता, उसने ये कहा कि वो दंभी सन। दंभी हिंदी विच एक वर्ड है जिसका मतलब हंकारी सन। हुण कोई गुरु नानक साहब नूं हंकारी कहे तो वो आदमी कितना क मूर्ख और घटिया होएगा, क्योंकि उसने गुरबाणी का तो यदा मतलब उसनों समझ ही नहीं है, और बिना पढ़े ही वो एवें एक निंदा करन दे ख्याल नाल एक गल कह रहा। उस तो ये तो चलो रीसेंट गल है, हुण पिछे चले जाओ। जहांगीर जिहड़ा सी उसने भी अपनी जिहड़ी उस दियां लिखतां सन, उसने एक जगह लिखिया गुरु अर्जन साहब जी बारे कि एक झूठ की दुकान चला रहे हैं, जबकि वो सिर्फ परमात्मा दी नाम की गल करते सन, अच्छियां गल्लां संगत विच बैठ के सिखाते सन, लोगों को बुराइयां तो हटा रहे सन। झूठ की दुकान किस तरह हो गई? खैर, ये दो लफ्ज दंभी और झूठ की दुकान, होर भी इहो ਜਿਹੇ कई तुहानूं मिल जाएंगे इतिहास विच उदाहरण, जिथे तुसी देखोगे कि अपनियां ने भी ते पराया ने भी। अपने इसलिए क्या भी गुरु अर्जन देव जी महाराज दे अपने जेड़े ब्रदर सन, उन्होंने वड्डे भाई साहब सन, उन्होंने ही उन्होंने खिलाफ बहुत कुछ किया। चलो ये गल्लां हुंदियां रहियां ने। सो गुरु साहिबान नूं भी लोगों ने बख्शिया नहीं है, उन्होंने भी कुछ ना कुछ उन्होंने भी निंदा की है। पर निंदा किस दी हुंदी है? निंदा उसकी हुंदी है जिस कोल कोई गुण हुंदे हैं, जो गुण निंदक कोल नहीं हुंदे। निंदक उन्हां गुणां तो महरूम हुंदा है। केड़े गुण ने? ज्ञान है, जिस तरह गुरु अर्जन देव जी महाराज को स्पिरिचुअल नॉलेज सी, ज्ञान सी, जिहड़ा ज्ञान दूसरिਆਂ ਕੋਲ नहीं सी, ना जहांगीर कोल सी ते ना ही उन्हां दे वड्डे भाई साहब कोल सी। या फिर किसी कोल बहुत अच्छी विद्या होवे ते दूसरे कोल जिस कोल ना होवे, जां ते उसनूं प्रशंसा भी करदा है जे कोई उन्होंने मतलब होवे तां, ते नहीं तो फिर उन्होंने ईर्खा पैदा होंदी है भी है ये इन्ना पढ़िया लिखिया है, या कोई इन्ना विद्या है, ज्ञान है, या किसी कोई अच्छी नौकरी ते लगा है, कोई अच्छा व्यापार विच फायदा उठा रहा है, ਜਾਂ समाज विच किसी का बड़ा सत्कार है। ये गल्लां ये गुण ने जिन्हां लोगों को नहीं हुंदे। वो कई बारी सारे तो इदां दे नहीं करते, पर ਜਿਹੜੇ निंदा करते हैं वो लोग ने जिन्हां कोल ये गुण नहीं होंगे। ये वो गुण ने जिन्हां दी उच्ची पद्धर तक निंदक खुद नहीं पहुंच सकता।
ਔਰ ਉਹ ਇਹ ਸੋਚਦੇ ਨੇ, ਨਿੰਦਕ ਇਹ ਸੋਚਦੇ ਨੇ ਕਿ ਜੇ ਉਹ ਖੁਦ ਚੰਗੇ ਬੰਦਿਆਂ ਦੇ ਬਰਾਬਰ ਨਹੀਂ ਹੋ ਸਕਦੇ, ਉਹਨਾਂ ਵਿੱਚ ਗੁਰੂ ਦੇ ਬਰਾਬਰ ਗਿਆਨ ਨਹੀਂ ਹੋ ਸਕਦਾ, ਉਹਨਾਂ ਦਾ ਕੋਈ ਸਮਾਜ ਵਿੱਚ ਸਤਿਕਾਰ ਨਹੀਂ ਹੈ, ਲੋਕੀ ਉਹਨਾਂ ਤੇ ਭਰੋਸਾ ਨਹੀਂ ਕਰਦੇ, ਝੂਠ ਬੋਲਦੇ ਨੇ, ਇਸ ਕਰਕੇ ਤਾਂ ਉਹ ਉੱਚੀ ਪੱਧਰ ਤੇ ਪਹੁੰਚੇ ਹੋਏ ਜਿਹੜੇ ਮਹਾਪੁਰਸ਼ ਨੇ ਜਾਂ ਅੱਛੇ ਲੋਕ ਨੇ, ਜਿਨ੍ਹਾਂ ਦਾ ਸਮਾਜ ਵਿੱਚ ਸਤਿਕਾਰ ਹੈ, ਕਿਸੇ ਤਰੀਕੇ ਉਸ ਸਤਿਕਾਰ ਨੂੰ ਘਟਾਇਆ ਜਾਵੇ ਤਾਂ ਕਿ ਲੋਕੀ ਉਹਨਾਂ ਨੂੰ ਵੀ ਮਾੜਾ ਸਮਝਣ। ਨਿੰਦਕ ਦੇ ਆਚਰਣ ਬਾਰੇ ਕੈਰੈਕਟਰ ਜਿਹੜਾ ਹੈ, ਸਲੈਂਡਰਿੰਗ ਇਸ ਨੂੰ ਕਹਿੰਦੇ ਨੇ, ਉਸ ਦੇ ਬਾਰੇ ਬਾਣੀ 'ਚ ਕੀ ਲਿਖਿਆ ਕਿ ਉਹ ਲਿਖਦੇ ਨੇ, ਨਿੰਦਕ ਕੋ ਫਿਟਕੇ ਸੰਸਾਰ, ਉਸ ਨੂੰ ਫਿਟਕਾਰ ਪੈਂਦੀ ਹੈ। ਨਿੰਦਕ ਕਾ ਝੂਠਾ ਵਿਵਹਾਰ, ਉਹ ਕਿਸੇ ਨਾਲ ਵੀ ਕਦੀ ਸੱਚੀ ਗੱਲ ਨਹੀਂ ਕਰਦਾ, ਝੂਠ ਬੋਲਦਾ। ਨਿੰਦਕ ਕਾ ਮੈਲਾ ਆਚਾਰ, ਔਰ ਨਿੰਦਕ ਮੂਆ ਨਿੰਦਕ ਨਾਲ, ਔਰ ਇੱਕ ਨਿੰਦਕ ਆਪਣੇ ਵਰਗੇ ਕਿਸੇ ਨਿੰਦਕ ਦੇ ਨਾਲ ਰਲ ਕੇ ਇਹ ਜੋ ਵੀ ਕਰਦਾ ਹੈ, ਮੈਲਾ ਆਚਾਰ ਜਾਂ ਝੂਠ, ਉਸ ਦੇ ਨਾਲ ਉਹਨਾਂ ਦੋਨਾਂ ਦਾ ਨੁਕਸਾਨ ਹੁੰਦਾ ਹੈ। ਪਰ ਨਿੰਦਾ ਕਰ ਅੰਤਰ ਮਲ ਲਾਏ, ਆਪਣੇ ਆਪ ਦੇ ਅੰਦਰ ਉਹ ਮੈਲ ਦਾ ਲੇਪ ਕਰਦਾ ਹੈ, ਆਪਣੇ ਮਨ ਅੰਦਰ। ਬਾਹਰ ਮਲ ਧੋਵੇ ਮਨ ਕੀ ਝੂਠ ਨਾ ਜਾਏ, ਬਾਹਰੋਂ ਉਹ ਆਪਣੇ ਆਪ ਨੂੰ ਜਿੰਨਾ ਮਰਜ਼ੀ ਸਾਫ਼ ਕਰਕੇ ਦਿਖਾਵੇ ਦੁਨੀਆ ਨੂੰ, ਪਰ ਮਨ ਦੇ ਅੰਦਰ ਜਿਹੜੀ ਜੂਠਨ ਹੈ ਜਾਂ ਮੈਲ ਉਸਨੇ ਲਗਾਈ ਹੈ, ਉਹ ਨਹੀਂ ਖਤਮ ਹੁੰਦੀ। ਇਹ ਬਾਣੀ ਦਾ ਉਪਦੇਸ਼ ਹੈ। ਪਰ ਬਾਣੀ 'ਚ ਇਹ ਵੀ ਗੱਲ ਨਾਲ ਕਹੀ ਗਈ ਹੈ ਕਿ ਕਿਸੇ ਦੀ ਨਿੰਦਾ ਸੁਣਨੀ ਵੀ ਨਹੀਂ ਚਾਹੀਦੀ, ਕਰਨੀ ਤਾਂ ਬੁਰੀ ਹੈ ਹੀ, ਸੁਣਨੀ ਵੀ ਨਹੀਂ ਚਾਹੀਦੀ। Hearing slander is also bad. ਸੋ ਮਿਥਿਆ ਸ਼ਰਵਨ ਪਰ ਨਿੰਦਾ ਸੁਣ ਹੈ, ਉਹ ਕੰਨ ਜਿਹੜੇ ਦੂਸਰੇ ਦੀ ਨਿੰਦਾ ਸੁਣਦੇ ਨੇ ਉਹ ਵੀ ਝੂਠੇ ਨੇ, ਮਾੜੇ ਨੇ। ਕਰਨ ਨਾ ਸੁਨੇ ਕਾਹੂ ਕੀ ਨਿੰਦਾ, ਮੈਂ ਪੂਰੇ ਸ਼ਬਦ ਨਹੀਂ ਕੋਟ ਕੀਤੇ, ਟਾਈਮ ਦੇ ਹਿਸਾਬ ਨਾਲ ਥੋੜਾ ਥੋੜਾ ਰੈਲੇਵੈਂਟ ਗੱਲ ਕਰ ਰਹੇ ਹਾਂ। ਕਰਨ ਕੰਨਾਂ ਨੂੰ ਕਹਿੰਦੇ ਨੇ, ਉਹ ਕਹਿੰਦੇ ਨੇ ਕਿਸੇ ਦੀ ਨਿੰਦਾ ਸੁਣਨੀ ਵੀ ਨਹੀਂ ਚਾਹੀਦੀ। ਔਰ ਗੁਰੂ ਅਮਰਦਾਸ ਜੀ ਵੀ ਆਨੰਦ ਸਾਹਿਬ ਦੇ ਵਿੱਚ ਫਰਮਾਉਂਦੇ ਨੇ, ਇਹ ਸਵਣੋ ਮੇਰੇ ਕੋ ਸਾਚੇ ਸੁਣਨੇ ਨੂੰ ਪਠਾਏ। ਉਹ ਆਪਣੇ ਆਪ ਨੂੰ ਭਾਵੇਂ ਕਹਿ ਰਹੇ ਨੇ, ਲੇਕਿਨ ਸਮਝਾ ਤੇ ਸਾਨੂੰ ਹੀ ਰਹੇ ਨੇ ਕਿ ਇਹ ਮੇਰੇ ਕੰਨੋਂ ਸ਼ਰਵਣੋ, ਤੁਹਾਨੂੰ ਪਰਮਾਤਮਾ ਨੇ ਮੈਨੂੰ ਦਿੱਤਾ ਹੈ ਪਠਾਏ ਕਿ ਤੁਸੀਂ ਸੱਚੇ ਪਰਮਾਤਮਾ ਦੀ ਗੱਲ ਸੁਣਨੀ ਹੈ, ਹੋਰ ਇੱਧਰ ਉੱਧਰ ਦੀਆਂ ਲੋਕਾਂ ਦੀਆਂ ਗੱਲਾਂ ਨਹੀਂ ਸੁਣਨੀਆਂ, ਨਾ ਚੰਗੀ ਨਾ ਮਾੜੀ, ਕਿਸੇ ਦੀ ਸੁਣਨ ਦੀ ਲੋੜ ਨਹੀਂ। ਕਈ ਵਾਰੀ ਤੁਸੀਂ ਦੇਖੋ, ਜੇ ਕੋਈ ਨਿੰਦਕ ਤੁਹਾਡੇ ਕੋਲ ਮਿਲ ਜਾਵੇ ਤੁਹਾਡੀ ਲਾਈਫ ਵਿੱਚ, ਔਰ ਉਹ ਕਿਸੇ ਦੀ ਨਿੰਦਾ ਤੁਹਾਡੇ ਕੋਲ ਕਰ ਰਿਹਾ ਹੋਵੇ, ਤੁਸੀਂ ਅਗਰ ਉਸ ਨੂੰ ਇਹ ਕਹਿ ਦਿਓ ਕਿ ਭਾਈ ਮੈਨੂੰ ਇਹ ਕਹਾਣੀਆਂ ਨਾ ਸੁਣਾ, ਮੈਂ ਨਹੀਂ ਸੁਣਨਾ ਚਾਹੁੰਦਾ, ਤਾਂ ਕਈ ਵਾਰੀ ਇਹੋ ਜਿਹੇ ਲੋਕ ਤੁਹਾਡੇ ਨਾਲ ਦੋਸਤੀ ਰੱਖਣ ਦੀ ਇੱਛਾ ਨਹੀਂ ਰੱਖਦੇ। ਉਹ ਕਹਿੰਦੇ ਤੇ ਸੁਣਦਾ ਹੀ ਨਹੀਂ, ਤੇ ਉਹਨੂੰ ਉਹ ਬੰਦੇ ਲੱਭਦੇ ਨੇ ਜਿਹੜੇ ਉਹਨਾਂ ਕੋਲੋਂ ਨਿੰਦਾ ਕਿਸੇ ਦੀ ਸੁਣਦੇ ਹੋ। ਸੋ ਸੁਣਨਾ ਵੀ ਜਿਹੜਾ ਹੈ ਉਹ ਵੀ ਗੁਰੂ ਸਾਹਿਬ ਨੇ ਬਾਣੀ 'ਚ ਬੁਰਾ ਦੱਸਿਆ। ਹੁਣ ਇਹ ਹੈ ਵੀ ਨਿੰਦਾ ਤੇ ਉਸਤਤ ਇੱਕੋ ਤਰ੍ਹਾਂ ਦੀਆਂ ਬੁਰਾਈਆਂ ਕਿਉਂ ਹਨ, ਜੋ ਇਸ ਦਾ ਟਾਈਟਲ ਹੈ ਦੀ ਗੱਲ ਹੈ। ਸਲੈਂਡਰ ਐਂਡ ਪ੍ਰੇਜ਼ ਆਰ ਈਵਲਸ ਆਫ ਦ ਸੇਮ ਟਾਈਪ। ਇਹ ਹੈ ਇਸ ਦਾ ਭਾਵ, ਕਿਉਂਕਿ ਦੋਵੇਂ ਕਿਸੇ ਫਾਇਦੇ ਲਈ ਕੀਤੀਆਂ ਜਾਂਦੀਆਂ ਨੇ। ਕਿਸੇ ਦੀ ਨਿੰਦਾ ਵੀ, ਜਿਸ ਤਰ੍ਹਾਂ ਮੈਂ ਪਹਿਲੇ ਕਿਹਾ, ਆਪਣੀਆਂ ਬੁਰਾਈਆਂ ਨੂੰ, ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਵਾਸਤੇ ਨਿੰਦਾ ਹੁੰਦੀ ਹੈ। ਉਸਤਤ ਕਿਸੇ ਤੋਂ ਕੋਈ ਫਾਇਦਾ ਉਠਾਉਣ ਲਈ ਹੁੰਦੀ ਹੈ, ਕਿ ਕਿਸੇ, ਜਿਸ ਤਰ੍ਹਾਂ ਰਾਜਿਆਂ ਦੇ ਦਰਬਾਰਾਂ 'ਚ ਹੁੰਦੇ ਸਨ ਕਵੀ ਜਾਂ ਇਹੋ ਜਿਹੇ ਲੋਕ ਜੋ ਰਾਜਿਆਂ ਦੀਆਂ ਝੂਠੀਆਂ ਤਾਰੀਫਾਂ ਕਰਦੇ ਸਨ। ਅੱਜ ਵੀ ਲੋਕੀ ਮੰਤਰੀਆਂ ਦੀਆਂ ਜਾਂ ਕੋਈ ਹੋਰ ਇਹੋ ਜਿਹੇ ਲੋਕਾਂ ਦੀਆਂ
ਕਈਆਂ ਦੀਆਂ ਬੁਲਾ ਕੇ ਉਹਨਾਂ ਨੂੰ ਕਿਸੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੀਆਂ ਝੂਠੀਆਂ ਤਾਰੀਫਾਂ ਕਰੀ ਜਾਣਗੇ। ਔਰ ਕਈ ਵਾਰੀ ਮੈਂ ਤਾਂ ਇੱਥੋਂ ਤੱਕ ਦੇਖਿਆ, ਕਿਸੇ ਦਾ ਭੋਗ ਹੈ ਉੱਥੇ ਜਿਹੜੇ ਇਹੋ ਜਿਹੇ ਵਜ਼ੀਰ ਬੁਲਾਏ ਜਾਂਦੇ ਨੇ, ਕੋਈ ਮਹਾਪੁਰਸ਼ ਸੋ ਕਾਲਡ, ਉਹ ਗੱਲਾਂ ਕਰ ਰਹੇ ਹੁੰਦੇ ਨੇ ਜਿਹੜੀਆਂ ਬਿਲਕੁਲ ਝੂਠ ਹੁੰਦੀਆਂ ਨੇ, ਔਰ ਉਸ ਬੰਦੇ ਬਾਰੇ ਕਰ ਰਹੇ ਹੁੰਦੇ ਨੇ ਜਿਨ੍ਹਾਂ ਨੂੰ ਉਹ ਕਦੇ ਮਿਲੇ ਨਹੀਂ ਹੁੰਦੇ। ਸੋ ਇਹ ਇੱਕ ਆਪਣੇ ਫਾਇਦੇ ਨੂੰ ਮਨ 'ਚ ਰੱਖ ਕੇ ਹੀ ਲੋਕ ਨਿੰਦਾ ਕਰਦੇ ਨੇ, ਆਪਣੇ ਫਾਇਦੇ ਵਾਸਤੇ, ਆਪਣੀ ਵਾਹ-ਵਾਹ ਵਾਸਤੇ ਜਾਂ ਕੋਈ ਗੇਨ ਕਰਨ ਵਾਸਤੇ ਕਿਸੇ ਦੀ ਉਸਤਤ ਕਰਦੇ ਨੇ। ਸੋ ਗੁਰਬਾਣੀ ਤੇ ਕਹਿੰਦੀ ਹੈ ਕਿ ਜੇ ਕੋਈ ਬੰਦਾ ਤੁਹਾਡੀ ਨਿੰਦਾ ਕਰਦਾ ਹੀ ਹੈ ਜਾਂ ਉਸਤਤ ਕਰਦਾ, ਉਹਨਾਂ ਨੂੰ ਦੋਨਾਂ ਨੂੰ ਤੁਸੀਂ ਇਗਨੋਰ ਕਰ ਦਿਓ। ਕੰਚਨ ਲੋ ਸਮਾਨ, ਇਹਨਾਂ ਨੂੰ ਬਰਾਬਰ ਹੀ ਸਮਝੋ। ਗੁਰੂ ਸਾਹਿਬ ਤੇ ਕਹਿੰਦੇ ਨੇ ਇਹਨਾਂ ਨੂੰ ਕੋਈ ਤੁਸੀਂ ਸਿਗਨੀਫੀਕੈਂਸ, ਉਹਨਾਂ ਨੂੰ ਵੈਲਿਊ ਅਟੈਚ ਨਾ ਕਰੋ। ਇਹ ਗੱਲ ਅੱਗੇ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਵੀ ਫਰਮਾ ਰਹੇ ਨੇ, ਸਾਧੋ ਮਨ ਕਾ ਮਾਨ त्यागो, काम क्रोध संगत दुर्जन की, ताते अहनिस भागो, सुख दुख दोनों सम कर जाना, और मान अपमाना। वो कहते हैं कि मान और अपमान, सुख और दुख, और सोग ते हरख, इन्हां नूं सब नूं बराबर समझो। उस्तत निंदा दो त्यागे, खोजे पद निर्वाणा। ਉਸਤਤ ਨੂੰ ਔਰ ਨਿੰਦਾ ਨੂੰ ਦੋਨਾਂ ਨੂੰ ਤਿਆਗ ਕਰ ਦਿਓ। ਦੋਨਾਂ ਖੁਦ ਨਾ ਕਰੋ ਔਰ ਕੋਈ ਕਰਦਾ ਤੇ ਉਹਦੀ ਸੁਣੋ ਨਾ। ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਣਾ। ਹੁਣ ਇਹਨਾਂ ਲਾਈਨਾਂ 'ਚ ਤੁਸੀਂ ਦੇਖੋ ਕਿ ਕਾਮ ਕ੍ਰੋਧ ਵਰਗੀਆਂ ਬੁਰਾਈਆਂ ਨੂੰ ਉਹਨਾਂ ਨੇ ਉਸਤਤ ਨਿੰਦਾ ਵਰਗੀ ਬੁਰਾਈ ਦੇ ਨਾਲ ਐਟ ਪਾਰ ਰੱਖਿਆ, ਇੱਕੋ ਸ਼ਬਦ ਵਿੱਚ। ਜਿਸ ਤਰ੍ਹਾਂ ਇਹ ਕਿਹਾ ਕਿ ਕਾਮ ਕ੍ਰੋਧ ਔਰ ਬੁਰੇ ਵਿਅਕਤੀ ਦੀ ਸੰਗਤ ਨਾ ਕਰੋ, ਉਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਉਸਤਤ ਨਿੰਦਾ ਵੀ ਨਾ ਕਰੋ ਤੇ ਨਾ ਸੁਣੋ। ਯਾਨੀ ਜਿਸ ਤਰ੍ਹਾਂ ਮੈਂ ਸ਼ੁਰੂ 'ਚ ਕਿਹਾ ਕਿ ਜਿਹੜੇ 5 ਦੋਖ, 5 ਬੁਰਾਈਆਂ ਦੀ ਗੱਲ ਜ਼ਿਕਰ ਹੁੰਦਾ ਹੈ, ਉਹ ਔਰ ਇਹ ਉਸਤਤ ਨਿੰਦਾ ਇੱਕੋ ਹੀ ਗੱਲ ਹੈ। ਇਹ ਇੱਕ ਦੂਸਰੇ ਦੇ ਪੂਰਕ ਨੇ, ਕੰਪਲੀਮੈਂਟਸ ਨੇ ਜਾਂ ਐਟ ਪਾਰ ਨੇ। ਇਹ ਨਹੀਂ ਕਿ ਇਹ ਕੋਈ ਘੱਟ ਇੰਪੋਰਟੈਂਟ ਨੇ। ਸੋ ਇਹਨਾਂ ਦੀ ਵੀ ਓਨਾ ਹੀ ਬੁਰਾਈ ਹੈ, ਓਨੀ ਇੰਪੋਰਟੈਂਸ ਹੈ ਜਿੰਨੀ ਕਿ ਉਹਨਾਂ 5 ਜਿਨ੍ਹਾਂ ਦੀ ਅਕਸਰ ਅਸੀਂ ਗੱਲ ਕਰਦੇ ਹਾਂ। ਉਹ ਵੀ ਬੁਰੇ ਨੇ, ਇਹ ਵੀ ਬੁਰਾ ਹੈ, ਐਂਡ ਦੇ ਆਰ ਐਟ ਪਾਰ। ਕਬੀਰ ਜੀ ਜਿਹੜੇ ਨੇ ਉਹ ਤਾਂ ਹੋਰ ਤਰੀਕੇ ਨਾਲ ਇਸ ਨੂੰ ਦੇਖਦੇ ਨੇ। ਉਹ ਲੋਕਾਂ ਵੱਲੋਂ ਉਹਨਾਂ ਦੀ ਨਿੰਦਾ ਹੁੰਦੀ ਸੀ ਬਹੁਤ ਜ਼ਿਆਦਾ, ਕਿਉਂਕਿ ਉਹਨਾਂ ਦੇ ਆਉਣ ਨਾਲ ਬਹੁਤ ਸਾਰੇ ਲੋਕਾਂ ਦੀਆਂ ਦੁਕਾਨਦਾਰੀਆਂ ਤੇ ਫਰਕ ਪੈਂਦਾ ਸੀ। ਤਾਂ ਉਹ ਇਹਨੂੰ ਮਾੜਾ ਨਹੀਂ ਸੀ ਕਹਿੰਦੇ। ਉਹ ਕਹਿੰਦੇ ਸੀ ਕਿ ਪੂਰਾ ਸ਼ਬਦ ਉਹਨਾਂ ਦਾ ਬੜਾ ਲੰਬਾ ਹੈ, ਆਪਨੇ ਪੜ੍ਹਿਆ ਹੋਵੇਗਾ, ਨਿੰਦਾ ਜਨ ਕੋ ਖਰੀ ਪਿਆਰੀ। ਉਹ ਕਹਿੰਦੇ ਮੈਨੂੰ ਤੇ ਕੋਈ ਮਾੜੀ ਨਹੀਂ ਲੱਗਦੀ, ਜੇ ਕੋਈ ਮੇਰੀ ਨਿੰਦਾ ਕਰੇ ਮੇਰਾ ਤੇ ਇਸ ਵਿੱਚ ਕੋਈ ਸੁਧਾਰ ਹੀ ਹੋਏਗਾ। ਨਿੰਦਾ ਬਾਪ, ਨਿੰਦਾ ਮਾਹਤਾਰੀ, ਮਾਹਤਾਰੀ ਮੈਨੇ ਮਦਰ। ਸੋ ਉਹ ਕਹਿੰਦੇ ਕਿ ਮੇਰੇ ਲਈ ਤੇ ਨਿੰਦਾ ਕੋਈ ਮੇਰੀ ਕਰੇ ਤੇ ਮੈਂ ਸਮਝਦਾ ਉਹ ਨਿੰਦਾ ਜਿਹੜੀ ਉਹ ਮੇਰੀ ਫਾਦਰ ਔਰ ਮਦਰ ਦੇ ਬਰਾਬਰ ਸਤਿਕਾਰਯੋਗ ਹੈ। ਕਿਉਂਕਿ ਜਿਸ ਤਰ੍ਹਾਂ ਮਾਂ-ਬਾਪ ਆਪਣੇ ਬੱਚਿਆਂ ਨੂੰ ਕੋਈ ਅੱਛੀ ਗੱਲ ਸਿਖਾਉਂਦੇ ਨੇ, ਉਹਨਾਂ ਦਾ ਭਲਾ ਸੋਚਦੇ ਨੇ ਔਰ ਭਲਾ ਕਰਦੇ ਨੇ, ਉਸੇ ਤਰ੍ਹਾਂ ਮਾਂ-ਬਾਪ ਦੀ ਤਰ੍ਹਾਂ ਇਹ ਜਿਹੜੀ ਨਿੰਦਾ ਹੈ, ਇਹ ਵੀ ਮੈਨੂੰ ਬੁਰੇ ਪਾਸਿਆਂ ਤੋਂ ਹਟਾ ਕੇ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਾਉਂਦੀ ਹੈ ਔਰ ਠੀਕ ਪਾਸੇ ਲੈ ਕੇ ਜਾਂਦੀ ਹੈ। ਨਿੰਦਾ ਹੋਏ ਤਾਂ ਬੈਕੁੰਠ ਜਾਈਏ। ਜੇ ਕੋਈ ਮੇਰੇ ਵਿੱਚ ਜਿਹੜੇ ਬੁਰਾਈਆਂ ਨੇ ਉਹ ਕੁਝ ਘਟ ਜਾਣ ਤਾਂ ਬੈਕੁੰਠ ਸਵਰਗ ਮਿਲ ਸਕਦਾ ਹੈ। ਹਿਰਦੇ ਸੁਧ ਜੋ ਨਿੰਦਾ ਹੋਏ, ਮੇਰਾ ਹਿਰਦਾ ਸ਼ੁੱਧ ਹੋ ਜਾਏਗਾ ਜੇ ਕੋਈ
ਨਿੰਦਕ ਮੇਰੀ ਨਿੰਦਾ ਕਰੇ ਤੇ ਮੈਂ ਆਪਣੇ ਆਪ ਨੂੰ ਸ਼ੁੱਧ ਕਰ ਸਕਦਾ ਵਾਂ, ਸੁਧਾਰ ਸਕਦਾ ਵਾਂ। ਸੋ ਇਹ ਵੀ ਇੱਕ ਪਰਸਪੈਕਟਿਵ ਹੈ, ਇੱਕ ਐਂਗਲ ਹੈ ਦੇਖਣ ਦਾ, ਆਪਣੇ ਤਰੀਕੇ ਦਾ ਉਹਨਾਂ ਦਾ। ਸੌਰੀ। ਅੱਗੇ ਗੁਰੂ ਸਾਹਿਬ ਇਹ ਵੀ ਫਰਮਾਉਂਦੇ ਨੇ ਕਿ ਨਿੰਦਾ ਕਰਨ ਦੇ ਨਿੰਦਕ ਨੂੰ ਕੀ ਨੁਕਸਾਨ ਹੁੰਦਾ ਹੈ। ਜਿਨ ਅੰਦਰ ਨਿੰਦਾ ਦੁਸ਼ਟ ਹੈ, ਨੱਕ ਵੱਢੇ ਨੱਕ ਵਢਾਇਆ। ਜਿਨ੍ਹਾਂ ਲੋਕਾਂ ਦੇ ਅੰਦਰ ਇਹ ਦੁਸ਼ਟਪੁਣਾ ਹੈ ਕਿ ਉਹ ਦੂਸਰੇ ਦੀ ਨਿੰਦਾ ਕਰਨ ਬਿਨਾਂ ਨਹੀਂ ਰਹਿ ਸਕਦੇ, ਉਹ ਆਪਣਾ ਤੇ ਨੱਕ ਵਢਾਉਂਦੇ ਹੀ ਨੇ। ਨਾਲ ਨੱਕ ਵਢਾਇਆ ਦੁਬਾਰਾ ਲਿਖ ਰਹੇ ਨੇ ਕਿ ਆਪਣੀ ਬੇਇੱਜ਼ਤੀ ਵੀ ਕਰਾਉਂਦੇ ਨੇ, ਕਿਉਂਕਿ ਅਲਟੀਮੇਟਲੀ ਲੋਕਾਂ ਨੂੰ ਪਤਾ ਲੱਗ ਹੀ ਜਾਂਦਾ ਕਿ ਇਹ ਆਪ ਇਸ ਦੇ ਵਿੱਚ ਕੋਈ ਨੁਕਸ ਨੇ, ਬੁਰਾਈਆਂ ਨੇ, ਕਮਜ਼ੋਰੀਆਂ ਨੇ, ਕੋਈ ਕੰਪਲੈਕਸਸ ਨੇ ਇਹਦੇ ਮਾਈਂਡ 'ਚ, ਇਨਫੀਰੀਅਰਿਟੀ ਦੇ, ਜਿਸ ਕਰਕੇ ਇਹ ਅੱਛੇ ਲੋਕਾਂ ਦੀ ਬੁਰਾਈ ਕਰਕੇ ਆਪ ਉਹਨਾਂ ਦੇ ਬਰਾਬਰ ਹੋਣਾ ਚਾਹੁੰਦਾ। ਉਸ ਨਾਲ ਕੀ ਹੈ ਕਿ ਲੋਕਾਂ ਦਾ ਵਿਸ਼ਵਾਸ ਉਸ ਤੋਂ ਉੱਠ ਜਾਂਦਾ, ਝੂਠ ਪਤਾ ਲੱਗ ਜਾਂਦਾ ਔਰ ਉਹਨਾਂ ਦੀ ਬੇਇੱਜ਼ਤੀ ਹੁੰਦੀ ਹੈ, ਨੱਕ ਵਢਾਇਆ। ਇਸੇ ਤਰ੍ਹਾਂ ਇੱਕ ਹੋਰ ਸ਼ਬਦ ਵੀ ਗੁਰੂ ਸਾਹਿਬ ਫਰਮਾਉਂਦੇ ਨੇ, ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਸੇਵਾ ਕਰਨੀ ਬੜੀ ਅੱਛੀ ਗੱਲ, ਉੱਤਮ ਗੱਲ ਹੈ, ਚਾਹੇ ਉਹ ਗੁਰਦੁਆਰੇ ਸਾਹਿਬ ਵਿੱਚ ਜਾ ਕੇ ਕੀਤੀ ਜਾਏ, ਕਿਸੇ ਗਰੀਬ ਦੀ ਮਦਦ ਕੀਤੀ ਜਾਏ, ਕੁਝ ਵੀ ਚੰਗੇ ਕੰਮ ਕੀਤੇ ਜਾਣ, ਭਲਾ ਕੀਤਾ ਜਾਏ, ਉਹ ਸੇਵਾ ਹੈ, ਉਸ ਦੀ ਪ੍ਰਸ਼ੰਸਾ ਹੋਣੀ ਚਾਹੀਦੀ ਹੈ। ਪਰ ਗੁਰੂ ਸਾਹਿਬ ਨਾਲ ਇਹ ਵੀ ਕਹਿ ਰਹੇ ਨੇ ਕਿ ਜੇ ਕਿਸੇ ਦੀ ਮੂੰਹ ਤੁਸੀਂ ਨਾਲ ਨਿੰਦਾ ਵੀ ਕਰੀ ਜਾਓ ਉਸ ਦੀ ਜਾਂ ਕਿਸੇ ਹੋਰ ਦੀ, ਤਾਂ ਇਹ ਸਾਰੀ ਸੇਵਾ ਕੀਤੀ ਹੋਈ ਵੀ ਨਿਫਲ ਹੈ, ਫਰੂਟਲੈਸ ਹੈ, ਇਹ ਬੇਕਾਰ ਹੈ। ਕਿਸੇ ਨੂੰ ਕਹਿਣਾ ਵੀ ਇਹ ਬੰਦਾ ਬੜਾ ਮਾੜਾ ਹੈ, ਚਲੋ ਮੈਂ ਸੋਚਿਆ ਇਹਦੀ ਮਦਦ ਹੀ ਕਰ ਦਈਏ। ਵਾਈ ਤੁਸੀਂ ਇੱਕ ਤਾਂ ਕਿਸੇ ਨੂੰ ਮਾੜਾ ਕਹੀ ਜਾ ਰਹੇ ਹੋ, ਉਸ ਨੂੰ ਜਾਂ ਉਹਦੇ ਨਾਲ ਸੰਬੰਧਿਤ ਕਿਸੇ ਹੋਰ ਨੂੰ, ਫਿਰ ਨਾਲ ਸੇਵਾ ਦਾ ਵੀ ਇੱਕ ਪ੍ਰਚਾਰ ਆਪਣਾ ਕਰ ਰਹੇ ਹੋ। ਉਹ ਜੀ ਸੇਵਾ ਦਾ ਕੋਈ ਫਾਇਦਾ ਨਹੀਂ। ਗੁਰੂ ਸਾਹਿਬ ਕਹਿ ਰਹੇ ਨੇ ਕਿ ਮੁਖ ਤੇ ਨਹੀਂ ਛੂਟੀ, ਉਹਦੇ ਮੂੰਹ 'ਚ ਨਿੰਦਾ ਤੇ ਉਹਨੇ ਬੰਦ ਨਹੀਂ ਕੀਤੀ, ਤੇ ਸੇਵਾ ਕਿਸ ਕੰਮ ਹੈ? ਇਹ ਸੇਵਾ ਵੀ ਬੇਕਾਰ ਹੈ। ਅੱਗੇ ਇੱਕ ਜਗ੍ਹਾ ਕਹਿੰਦੇ ਨੇ ਸੰਤ ਜਾਂ ਭਲੇ ਲੋਕਾਂ ਦੀ ਨਿੰਦਾ ਦਾ ਬੜਾ ਮਾੜਾ ਨਤੀਜਾ ਹੁੰਦਾ ਹੈ। ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਇਹ ਅਗਰ ਅਸੀਂ ਰੀਬਰਥ ਦੀ ਥਿਉਰੀ ਜਿਸ ਤਰ੍ਹਾਂ ਸਿੱਖੀਜ਼ਮ ਵਿੱਚ, ਹਿੰਦੂਇਜ਼ਮ ਵਗੈਰਾ ਮੰਨੀ ਜਾਂਦੀ ਹੈ, ਤੇ ਇਹ ਜੂਨੀਆਂ ਚੋਂ ਵੱਖਰੀਆਂ ਵੱਖਰੀਆਂ 84 ਲੱਖ ਜੂਨੀਆਂ ਦਾ ਜਿਸ ਦਾ ਜ਼ਿਕਰ ਆਉਂਦਾ ਬਾਣੀ 'ਚ, ਉਹਨਾਂ 'ਚ ਜਿਹੜਾ ਬਾਰ-ਬਾਰ ਜਨਮ ਲੈਣਾ, ਦੁੱਖ ਸਹਿਣਾ, ਮਰਨਾ, ਫਿਰ ਜੀਣਾ, ਇਹ ਜਿਹੜਾ ਹੈ ਬਹੁਰ ਬਹੁਰ ਅਵਤਾਰ, ਇਹ ਕਿਸੇ ਸੰਤ ਦੀ ਨਿੰਦਾ ਕਰਨ ਦੇ ਨਾਲ ਜ਼ਰੂਰ ਇਹ ਕਸ਼ਟ ਹੁੰਦਾ ਹੈ ਔਰ ਉਸ ਦਾ ਮਾੜਾ ਨਤੀਜਾ ਇਨਸਾਨ ਨੂੰ ਭੁਗਤਣਾ ਪੈਂਦਾ ਹੈ। ਔਰ ਇਹੀ ਗੱਲ ਗੁਰੂ ਸਾਹਿਬ ਫਰਮਾਉਂਦੇ ਨੇ 13ਵੀਂ ਅਸ਼ਟਪਦੀ, ਤੁਸੀਂ ਦੇਖੋ ਪੂਰੀ ਪੜ੍ਹੀ ਹੋਏਗੀ, ਉਸ ਵਿੱਚ ਸਿਰਫ ਨਿੰਦਾ ਬਾਰੇ ਹੀ ਗੱਲ ਆਈ ਹੈ, ਸੰਤ ਦੀ ਨਿੰਦਾ। ਸੰਤ ਭਲੇ ਆਦਮੀ ਨੂੰ ਕਿਹਾ ਜਾ ਸਕਦਾ, ਉਹ ਆਪ ਡੁੱਬੇ ਪਰ ਨਿੰਦਕਾ ਸਗਲੇ ਕੁਲ ਡੁਬੇਨ। ਕਿਸੇ ਦੀ ਨਿੰਦਾ ਕਰਕੇ ਉਹ ਆਪ ਤਾਂ ਡੁੱਬਦੇ ਹੀ ਨੇ, ਆਪਣੇ ਕੁਲ ਨੂੰ, ਆਪਣੇ ਖਾਨਦਾਨ ਨੂੰ ਵੀ ਨਾਲ ਡੁਬੋਂਦੇ ਨੇ, ਉਹਨਾਂ ਤੇ ਵੀ ਮਾੜੇ ਅਸਰ ਪੈਂਦੇ ਨੇ। ਕਿਉਂਕਿ ਜਿਸ ਤਰ੍ਹਾਂ ਦਾ ਕੋਈ ਹੋਵੇ, ਉਹਦੀ ਫੈਮਿਲੀ ਦੇ ਉੱਤੇ ਥੋੜਾ ਜਾਂ ਬਹੁਤਾ ਉਸਦਾ ਅਸਰ ਜ਼ਰੂਰ ਹੁੰਦਾ। ਲੋਕ ਪਰਿਵਾਰ ਵਿੱਚੋਂ ਹੀ ਅਸੀਂ ਅੱਛੀਆਂ ਬੁਰੀਆਂ ਗੱਲਾਂ ਕਈ ਵਾਰੀ ਸਿੱਖ ਲੈਂਦੇ ਜਾਂ ਸਿਖਾ ਦਿੰਦੇ ਹਾਂ। ਸੰਤ ਕੌਣ ਹੈ? ਸੰਤ ਕੋਈ ਜ਼ਰੂਰੀ ਨਹੀਂ ਕਿ ਜਿਸਨੇ ਪੀਲੇ ਜਾਂ ਚਿੱਟੇ ਜਾਂ ਕਿਸੇ ਹੋਰ ਰੰਗ ਦੇ ਕੋਈ ਚੋਗਾ ਪਾਇਆ ਹੋਵੇ, ਹੱਥ ਵਿੱਚ ਮਾਲਾ ਫੜੀ ਹੋਵੇ, ਉਹੀ ਸੰਤ ਹੈ। ਜਿਹੜੀ ਸਾਧ ਸੰਗਤ ਹੈ, ਆਪ ਸਾਰੇ ਇੰਨੇ
ਗਿਆਨਵਾਨ ਔਰ ਸੂਝਵਾਨ ਵਿਅਕਤੀ ਇੱਥੇ ਬੈਠੇ ਹੋ, ਆਪ ਵਿੱਚ ਵੀ ਸਾਰੇ ਸੰਤਪੁਣਾ ਹੈ। ਜੇ ਤੁਹਾਡੇ ਮਨ 'ਚ ਅੱਛੇ ਵਿਚਾਰ ਸਨ ਤਾਂ ਹੀ ਤੁਸੀਂ ਇੱਥੇ ਇਕੱਠੇ ਹੋਏ ਹੋ। ਤੇ ਅੱਛੇ ਵਿਚਾਰਾਂ ਵਾਲਾ ਵਿਅਕਤੀ ਵੀ ਸੰਤ ਹੋ ਸਕਦਾ ਹੈ। ਸਧਾਰਨ ਗ੍ਰਹਸਥੀ ਵੀ ਸੰਤ ਹੋ ਸਕਦਾ। ਸੰਤ ਹੋਣ ਵਾਸਤੇ ਕੋਈ ਖਾਸ ਡਰੈਸ ਜਾਂ ਕੋਈ ਸੰਨਿਆਸ ਜਾਂ ਬ੍ਰਹਮਚਾਰਿਆ ਦੀ ਜਾਂ ਹੋਰ ਕਿਸੇ ਇਸ ਕਿਸਮ ਦੇ ਦਿਖਾਵੇ ਦੀ ਜ਼ਰੂਰਤ ਨਹੀਂ ਹੈ। Anybody can be a saint. You can be a saint. You are a saint. So ਇਹਦਾ ਮਤਲਬ ਕਿਸੇ ਦੀ ਵੀ ਨਿੰਦਾ ਕਰਨੀ, ਕਿਸੇ ਨੂੰ ਮਾੜਾ ਕਹਿਣਾ, ਉਹ ਔਰ ਸੰਤ ਨੂੰ ਮਾੜਾ ਕਹਿਣਾ ਤਕਰੀਬਨ ਇੱਕੋ ਜਿਹੀਆਂ ਗੱਲਾਂ ਨੇ। ਕੀ ਪਤਾ ਮੈਂ ਜਿਸ ਬੰਦੇ ਦੇ ਨਾਲ ਗੱਲ ਕਰ ਰਿਹਾ ਉਸ ਦਾ ਮੋਰਲ ਸਟੈਚਰ ਮੇਰੇ ਨਾਲੋਂ ਕਿੰਨਾ ਉੱਚਾ ਹੋਵੇ ਔਰ ਉਹ ਸੰਤ ਹੋਵੇ। ਤਾਂ ਸੰਤ ਹੋਰ ਕੌਣ ਹੈ? ਸੰਤ ਦੀ ਗੁਰੂ ਸਾਹਿਬ ਨੇ ਤੇ ਇਹ ਡੈਫੀਨੇਸ਼ਨਾਂ ਦਿੱਤੀਆਂ ਹੋਈਆਂ ਨੇ ਬਾਣੀ ਦੇ ਵਿੱਚ। ਸੁਖਮਨੀ ਸਾਹਿਬ ਦੇ ਵਿੱਚ ਅੱਗੇ ਜਾ ਕੇ संत की निंदा के नतीजे लिखे ने कि संत का निंदक महा अतताई, संत का निंदक खिन टिकन न पाई। एविडेंट है, सारे मतलब क्लियर ने। संत का निंदक महा हत्यारा, संत का निंदक परमेश्वर मारा, संत का निंदक राज ते हीन, संत का निंदक दुखिया और दीन, गरीब है दुखी है। संत के निंदक को सर्व रोग, संत के निंदक को सदा वियोग। वो विछड़िया रहता है हमेशा। संत का निंदक दोख मह दोख, यह लाइन में पहले लिखी सी उस के ये सिंस दे विचों वड्डा सिन है। इट्स ग्रेट सिन दोख और दुख। नानक संत भावे ता उसका भी होए मुंह। ਇਹ ਤਾਂ ਅਗਰ ਸੰਤ ਹੀ ਉਸ ਇਹੋ ਜਿਹੇ ਨਿੰਦਕ ਦਾ ਉਧਾਰ ਕਰ ਸਕਦੇ ਨੇ। ਸੰਤ ਕਾ ਦੋਖੀ ਸਦਾ ਅਪਵਿੱਤ, ਉਹ ਆਪਣੇ ਆਪ ਨੂੰ ਜਿੰਨਾ ਮਰਜ਼ੀ ਪਵਿੱਤਰ ਸ਼ੋ ਕਰ ਲਵੇ ਪਰ ਉਹ ਪਵਿੱਤਰ ਨਹੀਂ ਹੋ ਸਕਦਾ। ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੋਖੀ ਕੋ ਡਾਨ ਲੱਗੇ, ਉਸ ਦੇ ਉੱਤੇ ਹਮੇਸ਼ਾ ਦੋਸ਼ ਲੱਗਦੇ ਨੇ, ਉਸ ਨੂੰ ਕੋਈ ਚੰਗਾ ਨਹੀਂ ਕਹਿੰਦਾ। ਮੈਂ ਇੱਕ ਥੋੜ੍ਹੀਆਂ ਜਿਹੀਆਂ ਲਾਈਨਾਂ ਆਪ ਜੀ ਦੇ ਸਾਹਮਣੇ ਲਿਖੀਆਂ ਨੇ, ਪਰ ਇਹ ਤੁਹਾਨੂੰ ਸੁਖਮਨੀ ਸਾਹਿਬ ਤੁਸੀਂ ਪੜ੍ਹਦੇ ਹੀ ਹੋ। ਨਿੰਦਕ ਦਾ ਅੰਤ ਕੀ ਹੈ? ਉਹਦਾ ਐਂਡ ਰਿਜ਼ਲਟ ਕੀ ਹੈ? ਕਿ ਨਿੰਦਾ ਕਰ ਕਰ ਬਹੁ ਭਾਰ ਉਠਾਵੇ, ਬਿਨ ਮਜੂਰੀ ਭਾਰ ਪਹੁੰਚਾਵਣਿਆ। ਇਹ ਨਿੰਦਕ ਇੱਕ ਉਸ ਕੁਲੀ ਵਾਂਗ ਮਜ਼ਦੂਰ ਵਰਗਾ ਹੈ ਜਿਹੜਾ ਦੂਸਰੇ ਦਾ ਭਾਰ ਉਠਾ ਕੇ ਉਹਦਾ ਡੈਸਟੀਨੇਸ਼ਨ ਤੱਕ ਉਸ ਨੂੰ ਪਹੁੰਚਾ ਦਿੰਦਾ, ਪਹੁੰਚਾਵਣਿਆ, ਪਰ ਉਸ ਨੂੰ ਉਸਦੀ ਕੋਈ ਮਜ਼ਦੂਰੀ ਜਾਂ ਕੰਪਨਸੇਸ਼ਨ ਨਹੀਂ ਮਿਲਦੀ। ਉਹ ਮੁਫਤ ਦੇ ਵਿੱਚ ਕਿਸੇ ਲੋਕਾਂ ਦੀਆਂ ਬੁਰਾਈਆਂ ਦੇ ਭਾਰ ਉਹਨਾਂ ਦੇ ਸਿਰ ਤੇ ਚੁੱਕ ਕੇ ਉਹਨਾਂ ਦੀ ਸੇਵਾ ਕਰ ਰਿਹਾ, ਫ੍ਰੀ ਸਰਵਿਸ ਕਰ ਰਿਹਾ ਦੂਸਰਿਆਂ ਦੀ। ਚੁਗਲ ਨਿੰਦਕ ਭੁੱਖੇ ਰੁਲ ਮੁਏ, ਇਹਨਾਂ ਹੱਥ ਨਾ ਕਿਥਾ ਹੋ ਪਾਏ। ਇਸ ਕਿਸਮ ਦੇ ਲੋਕ ਜਿਹੜੇ ਨੇ ਉਹ ਹਮੇਸ਼ਾ ਭੁੱਖੇ ਰਹਿੰਦੇ ਨੇ, ਉਹਨਾਂ ਦੇ ਮਨ ਵਿੱਚ ਰੱਜ ਨਹੀਂ ਆਉਂਦਾ ਔਰ ਰੁਲਦੇ ਨੇ, ਰੁਲ ਜਾਂਦੇ ਨੇ। ਰੁਲ ਮੁਏ, ਰੁਲ ਕੇ ਮਰ ਜਾਂਦੇ ਨੇ ਔਰ ਉਹਨਾਂ ਦੇ ਹੱਥ ਵਿੱਚ ਕੁਝ ਵੀ ਨਹੀਂ ਆਉਂਦਾ। ਕਿਸੇ ਨੂੰ ਮਾੜਾ ਕਹਿ ਕੇ ਸਾਨੂੰ ਕੀ ਮਿਲਦਾ ਹੈ? ਕੁਝ ਵੀ ਨਹੀਂ। ਅਸੀਂ ਸਿਰਫ ਬੁਰੇ ਬਣ ਜਾਂਦੇ ਹਾਂ, ਉਸ ਦੀ ਨਜ਼ਰਾਂ 'ਚ ਵੀ, ਦੁਨੀਆ ਦੀ ਨਜ਼ਰਾਂ 'ਚ ਵੀ, ਪਰਮਾਤਮਾ ਦੀ ਨਜ਼ਰਾਂ 'ਚ ਵੀ। ਔਰ ਜਿਹੜੇ 52 ਹੁਕਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉਹਨਾਂ ਦੇ ਜਿਹੜੇ ਉਸ ਸਮੇਂ ਦੇ ਮਹਾਂਪੁਰਸ਼ ਸਨ ਉਹਨਾਂ ਨੇ ਲਿਖੇ ਨੇ, ਉਹਨਾਂ ਵਿੱਚ 21ਵਾਂ ਹੁਕਮ ਵੀ ਗੁਰੂ ਸਾਹਿਬ ਦਾ, ਦਸਮੇਸ਼ ਪਿਤਾ ਦਾ ਹੈ ਕਿ ਕਿਸੇ ਦੀ ਨਿੰਦਾ ਚੁਗਲੀ ਈਰਖਾ ਨਹੀਂ ਕਰਨੀ। ਇਹ ਵੀ ਉਹਨਾਂ ਦੇ ਇੰਸਟਰਕਸ਼ਨ ਕਹਿ ਲਓ ਜਾਂ ਆਰਡਰ ਕਹਿ ਲਓ। ਹੁਕਮ ਦਾ ਮਤਲਬ ਤੇ ਆਰਡਰ ਹੈ। ਔਰ ਉਹਨਾਂ ਨੇ ਉਸ ਦੇ ਵਿੱਚ ਵੀ, ਜਿਸ ਤਰ੍ਹਾਂ ਭਾਈ ਦੇਸਾ ਸਿੰਘ ਨੇ ਜਾਂ ਦੂਸਰੇ,
ਉਹਨਾਂ ਦੇ ਉਸ ਹੁਕਮਨਾਮਿਆਂ ਦੇ ਵਿੱਚ ਇਹ ਸ਼ਾਮਲ ਹੈ। ਹੁਣ ਮੈਂ ਇਹ ਲਾਸਟ ਸਲਾਈਡ ਦੇ ਵਿੱਚ ਇਹ ਗੱਲ ਕਰਨਾ ਚਾਹਾਂਗਾ ਕਿ ਮਾਡਰਨ ਸਾਇੰਟੀਫਿਕ ਜਿਹੜੀ ਥਿਓਰੀਜ਼ ਨੇ ਉਹਨਾਂ ਦੇ ਵਿੱਚ ਨਿੰਦਾ ਔਰ ਇਸ ਕਿਸਮ ਦਾ ਜਿਹੜਾ ਬਿਹੇਵੀਅਰਲ ਡਿਫੈਕਟਸ ਨੇ ਇਨਸਾਨ ਦੇ ਵਿੱਚ ਉਹਨਾਂ ਬਾਰੇ ਕੀ ਕਿਹਾ ਗਿਆ ਐਂਡ ਹਾਊ ਫਾਰ ਦੇ are in consonance with the ਗੁਰਬਾਣੀ। ਸੋ ਦੁਨੀਆ 'ਚ ਕਈ ਬੜੇ ਅੱਛੇ ਸਾਈਕੋਲੋਜਿਸਟ ਹੋਏ ਨੇ, ਪਰ ਸਿਗਮੰਡ ਫਰਾਇਡ ਜਿਹੜਾ ਸੀ ਸਭ ਤੋਂ ਜ਼ਿਆਦਾ ਪ੍ਰਵਾਨਿਤ ਮੰਨਿਆ ਜਾਂਦਾ, ਹੋਰ ਵੀ ਹੈ ਬਟ ਹੀ ਇਜ਼ ਦ ਮੋਸਟ ਅਸੈਪਟਡ ਪਰਸਨ ਟੁਡੇ। ਇੱਕ ਨਿਊਰੋਲੋਜਿਸਟ ਸੀ ਔਰ ਸਾਈਕੋ ਐਨਾਲਿਸਿਸ ਦਾ ਫਾਊਂਡਰ ਵੀ ਮੰਨਿਆ ਜਾਂਦਾ ਇਸ ਨੂੰ। ਇਸ ਤੋਂ ਪਹਿਲੇ ਇੱਕ ਜਿਹੜੇ ਮੈਂਟਲ ਡਿਸਆਰਡਰਸ ਜਾਂ ਬਿਹੇਵੀਅਰ ਦੇ ਵਿੱਚ ਡਿਸਆਰਡਰਸ ਸਨ ਲੋਕਾਂ ਦੇ, ਉਹਨਾਂ ਦੇ ਲਈ ਇੱਕ ਥਿਓਰੀ ਸੀ, ਉਸ ਨੂੰ ਕਹਿੰਦੇ ਸੀ ਲੋਬੋਟਮੀ, ਕਿ ਤੁਸੀਂ ਬ੍ਰੇਨ ਦੇ ਵਿੱਚ ਉਹ ਕਹਿੰਦੇ ਸੀ ਕੋਈ ਨੁਕਸ ਹੈ ਤਾਂ ਕਰਕੇ ਲੋਕੀ ਇਸ ਕਿਸਮ ਦੀਆਂ ਗਲਤ ਕੰਮ ਕਰਦੇ ਨੇ, ਬੋਲਦੇ ਨੇ। ਸੋ ਬ੍ਰੇਨ ਦੇ ਉਸ ਹਿੱਸੇ ਦਾ ਸਰਜੀਕਲ ਆਪਰੇਸ਼ਨ ਹੁੰਦਾ ਸੀ। ਪਰ ਫਰਾਇਡ ਨੇ ਕਿਹਾ ਵੀ ਨਹੀਂ, ਇਹ ਗੱਲ ਗਲਤ ਹੈ, ਇਹ ਕੋਈ ਸਰਜੀਕਲ ਆਪਰੇਸ਼ਨ ਨਾਲ ਠੀਕ ਹੋਣ ਵਾਲੀਆਂ ਗੱਲਾਂ ਨਹੀਂ ਹੈਗੀਆਂ। ਇਹ ਸਾਈਕੋਲੋਜੀ ਉਹਨਾਂ ਲੋਕਾਂ ਦੀ ਸਮਝਣੀ ਚਾਹੀਦੀ ਹੈ ਔਰ ਐਨਾਲਾਈਜ਼ ਕਰਕੇ ਉਸ ਨੂੰ ਉਹਨਾਂ ਦੀ ਐਡਵਾਈਸ ਦੇਣੀ ਚਾਹੀਦੀ ਹੈ ਉਹਨਾਂ ਨੂੰ, ਤਾਂ ਕਿ ਉਹ ਉਸ ਪਾਸਿਓਂ ਹਟ ਗਿਆ। ਸੋ ਉਸਨੇ ਜਿਹੜੀ ਸਟੱਡੀ ਕੀਤੀ ਹੈ ਪਰਸਨੈਲਿਟੀ ਔਰ ਬਿਹੇਵੀਅਰ ਦੇ ਬਾਰੇ, ਉਸਨੇ ਉਹਨੇ ਕਿਹਾ ਵੀ 3 ਐਲੀਮੈਂਟ ਨੇ ਇਸ ਦੇ ਵਿੱਚ। ਇੱਕ ਹੈ ਆਈਡੀ, ਜਿਸ ਤਰ੍ਹਾਂ ਅੱਜ ਵੀ ਅਸੀਂ ਕਹਿੰਦੇ ਆਈਡੈਂਟਿਟੀ ਨੂੰ ਅਸੀਂ ਐਬਰੀਵੇਟ ਕੀਤਾ। ਇਜ਼ ਦ ਅਨਕੌਂਸ਼ੀਅਸ ਸਟੇਟ ਆਫ ਆਵਰ ਮਾਈਂਡ, ਜਿਸ ਦਾ ਬਚਪਨ ਦੇ ਵਿੱਚ ਉਹਦਾ ਸੰਬੰਧ ਹੈ। ਇਹ ਆਈਡੈਂਟਿਟੀ ਸਾਡੀ ਜਨਮ ਤੋਂ ਸਾਲ 2 ਸਾਲ ਦੇ ਅੰਦਰ ਹੀ ਤਕਰੀਬਨ ਬਣ ਜਾਂਦੀ ਹੈ। ਬਾਅਦ ਦੇ ਵਿੱਚ ਕੀ ਹੁੰਦਾ ਹੈ ਉਹ ਮੈਂ ਬਾਅਦ 'ਚ ਗੱਲ ਕਰਦਾ। ਇਟਸ ਅ ਸਟੇਟ ਆਫ ਮਾਈਂਡ ਜਿਹੜੀ ਅਨਕੌਂਸ਼ੀਅਸਲੀ ਕ੍ਰੀਏਟ ਹੋ ਜਾਂਦੀ ਹੈ। ਅਸੀਂ ਉਹਨੂੰ ਸੰਸਕਾਰ ਵੀ ਕਹਿ ਸਕਦੇ ਹਾਂ, ਔਰ ਅੱਜ ਦੀ ਭਾਸ਼ਾ ਵਿੱਚ ਤੁਸੀਂ ਉਸ ਨੂੰ ਕੰਪਿਊਟਰ ਦੇ ਰੋਮ ਨਾਲ ਕੰਪੇਅਰ ਕਰ ਸਕਦੇ ਹੋ। ਖੈਰ ਫਰਾਇਡ ਦੇ ਟਾਈਮ ਤੇ ਤਾਂ ਕੰਪਿਊਟਰ ਨਹੀਂ ਸੀ, ਉਹਨੇ ਨਹੀਂ ਕਹੀ ਇਹ ਗੱਲ, ਇਹ ਤਾਂ ਮੈਂ ਹੀ ਆਪਣੇ ਸਮਝਣ ਵਾਸਤੇ ਔਰ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਰੋਮ ਹੁੰਦਾ ਰੀਡ ਓਨਲੀ ਮੈਮਰੀ, ਸਿਰਫ ਤੁਸੀਂ ਉਹਨੂੰ ਪੜ੍ਹ ਸਕਦੇ ਹੋ, ਉਹਦੇ ਵਿੱਚ ਫਿਰ ਬਾਅਦ ਦੇ ਵਿੱਚ ਕੁਝ ਐਡ ਨਹੀਂ ਕਰ ਸਕਦੇ। ਜੋ ਕੁਛ ਬਚਪਨ ਦੇ ਵਿੱਚ ਅਸੀਂ ਪਹਿਲੇ ਸਾਲ 2 ਸਾਲ ਵਿੱਚ ਸੰਸਕਾਰ ਸਾਡੇ ਬਣ ਜਾਂਦੇ ਨੇ, ਉਹ ਤੁਸੀਂ ਉਹਨਾਂ ਨੂੰ ਪੜ੍ਹ ਸਕਦੇ ਹੋ, ਔਰ ਕਿਉਂਕਿ ਉਹ ਅਨਕੌਂਸ਼ੀਅਸਲੀ ਤੁਹਾਡੇ ਬਿਹੇਵੀਅਰ ਨੂੰ ਇਨਫਲੂਐਂਸ ਕਰਦੇ ਨੇ, ਪਰ ਤੁਸੀਂ ਉਹ 'ਚ ਕੋਈ ਅਦਲਾ ਬਦਲੀ ਨਹੀਂ ਕਰ ਸਕਦੇ। ਦੇ ਆਰ ਓਨਲੀ ਰੀਡ ਓਨਲੀ। ਤੁਸੀਂ ਉਸ ਵਿੱਚ ਕੋਈ ਨਾ ਇਰੇਸ ਕਰ ਸਕਦੇ ਹੋ ਨਾ ਐਡ ਕਰ ਸਕਦੇ ਹੋ। ਇਸ ਦੇ ਬਾਰੇ ਅੱਗੇ ਉਹ ਇਹ ਵੀ ਕਹਿੰਦਾ ਕਿ ਨਿਊਰੋਨਸ ਜਿਹੜੇ ਨੇ ਉਹ ਨਰਵ ਸੈਲਸ ਬਾਡੀ ਦੇ ਵਿੱਚ ਜਿਹੜੇ ਹੁੰਦੇ ਨੇ, ਇਹ ਬ੍ਰੇਨ ਦੇ ਵਿੱਚ, ਸਪਾਈਨਲ ਕਾਰਡ 'ਚ, ਹੋਰ ਨਰਵਸ ਸਿਸਟਮ ਵਿੱਚ ਇਹਨਾਂ ਦਾ ਮੇਨ ਕੰਮ ਹੁੰਦਾ ਹੈ ਕਿ ਇਹਨਾਂ ਨੇ ਕਮਿਊਨੀਕੇਸ਼ਨ ਸਿਗਨਲਸ ਵੀ ਭੇਜਣੇ ਹੁੰਦੇ ਨੇ ਬਾਡੀ ਵਿੱਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ, ਔਰ ਇਹਨਾਂ ਨੇ ਕੁਝ ਬ੍ਰੇਨ ਦੇ ਵਿੱਚ ਇਨਫੋਰਮੇਸ਼ਨ ਸਟੋਰ ਵੀ ਕਰਨੀ ਹੁੰਦੀ ਹੈ। ਕਮਿਊਨੀਕੇਸ਼ਨ ਐਂਡ ਸਟੋਰੇਜ, ਇਹ ਇਹਨਾਂ ਦਾ ਯਾਨੀ ਫੰਕਸ਼ਨ ਹੈ। ਔਰ ਇਹਦੇ ਵਿੱਚ ਇਲੈਕਟ੍ਰੀਕਲ, ਕੈਮੀਕਲ ਕਈ ਪ੍ਰੋਸੈਸਸ ਐਟ ਏ ਟਾਈਮ ਕੰਮ ਕਰਦੀਆਂ ਨੇ। ਔਰ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਲਿਖਿਆ ਵੀ ਹੈ, ਸੋਡੀਅਮ, ਪੋਟੈਸ਼ੀਅਮ, ਕੈਲਸ਼ੀਅਮ, ਫਾਸਫੋਰਸ, ਸਲਫਰ, ਕਲੋਰੀਨ, ਮੈਗਨੀਸ਼ੀਅਮ, ਇਹ ਮੇਨ ਜਿਹੜੇ ਨੇ ਐਲੀਮੈਂਟਸ, ਇਹ ਇਹਨਾਂ ਦੀ ਐਲੀਮੈਂਟਲ ਕੰਪੋਜੀਸ਼ਨ ਹੁੰਦੀ ਹੈ। ਔਰ ਬਾਡੀ ਦੇ ਇਹ ਸੈੱਲ ਨੇ ਬਹੁਤ ਜ਼ਰੂਰੀ। ਇਹਨਾਂ ਸੈਲਸ ਨੂੰ ਜਦ ਬਚਪਨ ਦੇ ਵਿੱਚ ਬੱਚਾ
ਕੋਈ ਵੀ ਚੀਜ਼ ਦੇਖਦਾ ਹੈ, ਸੁਣਦਾ ਹੈ, ਉਹ ਇਹਨਾਂ ਸੈਲਸ ਨੂੰ ਕਨੈਕਟ ਹੋ ਜਾਂਦੀਆਂ ਨੇ। ਬੱਚਾ ਆਪਣੀ ਮਦਰ ਨੂੰ ਦੇਖਦਾ 2 4 6 ਵਾਰੀ, ਉਹਨੂੰ ਪਤਾ ਲੱਗ ਜਾਂਦਾ ਹੈ, ਇੱਕ ਪੈਟਰਨ ਬਣ ਜਾਂਦਾ ਹੈ ਨਿਊਰਲ ਨੈਟਵਰਕਸ ਦਾ ਉਹਦੇ ਬ੍ਰੇਨ ਵਿੱਚ, ਕਿ ਐਵਰੀ ਟਾਈਮ ਉਹਨੂੰ ਜਿਸ ਵਕਤ ਉਹਦੀ ਮਦਰ ਸਾਹਮਣੇ ਆਉਂਦੀ ਹੈ ਤਾਂ ਉਹਨੂੰ ਪਤਾ ਲੱਗਦਾ ਹੈ ਕਿ ਇਟ ਇਜ਼ ਦ ਸੇਮ ਪਰਸਨ। ਉਹ ਨਿਊਰਲ ਨੈਟਵਰਕ ਉਸ ਨੂੰ ਕਮਿਊਨੀਕੇਟ ਕਰਦਾ ਹੈ ਉਸ ਡਾਟਾ ਨੂੰ ਜੋ ਉਸਨੇ ਸਟੋਰ ਕੀਤਾ ਹੋਇਆ। ਸੋ ਉਹਨਾਂ ਨੈਟਵਰਕਸ ਨੂੰ ਅਸੀਂ ਨਿਊਰਲ ਨੈਟਵਰਕਸ ਕਹਿੰਦੇ ਹਾਂ। ਔਰ ਇਹ ਗੱਲ ਜਿਹੜੀ ਹੈ ਇਹ ਫਰੋਇਡ ਤੋਂ ਸ਼ੁਰੂ ਹੋਈ। ਹਾਲਾਂਕਿ ਨੈਟਵਰਕਸ ਦੇ ਬਾਰੇ ਪਹਿਲੇ ਵੀ ਪਤਾ ਸੀ, ਪਰ ਉਸਨੇ ਕਿਹਾ ਵੀ ਇਹ ਇੱਕ ਕਾਰਨ ਹੈ ਜਿਸ ਦੇ ਨਾਲ ਕਿ ਤੁਹਾਡੇ ਬ੍ਰੇਨ ਦੇ ਵਿੱਚ ਬਚਪਨ ਦੇ ਪਹਿਲੇ 2-3 ਸਾਲਾਂ ਦੇ ਵਿੱਚ ਸਾਡੇ ਨੈਟਵਰਕਸ ਬਣ ਜਾਂਦੇ ਨੇ, ਪਛਾਣਨ ਦੇ ਵੀ ਔਰ ਬਿਹੇਵੀਅਰ ਪੈਟਰਨ ਦੇ ਵੀ, ਕਿਉਂਕਿ ਅਸੀਂ ਗੱਲ ਬਿਹੇਵੀਅਰ ਦੀ ਕਰ ਰਹੇ ਹਾਂ। ਔਰ ਉਹ ਬਿਹੇਵੀਅਰ ਪੈਟਰਨ ਸਾਡੀ ਪਰਸਨੈਲਿਟੀ ਨੂੰ ਗਵਰਨ ਕਰਦਾ ਹੈ। ਔਰ ਅੱਗੇ ਉਹ ਇਹ ਕਹਿੰਦਾ ਹੈ ਕਿ ਬਿਹੇਵੀਅਰਲ ਡਿਫੈਕਟਸ ਜਿਹੜੇ ਨੇ they are born from the neural networks produced due to very early childhood exposure, बहुत early, या जो उस वक्त माँ बाप या एनवायरनमेंट तो भैन भरावां तो बाहरले लोगों तो बच्चा सीखता है और ਉਹਦੇ ਨਾਲ ਉਹਦੇ ਮਾਈਂਡ ਦੇ ਵਿੱਚ ਕੁਝ ਡਾਟਾ ਸਟੋਰੇਜ ਹੁੰਦੀ ਹੈ ਔਰ ਕੁਝ ਕੰਪਲੈਕਸਸ बढ़ते हैं, जिस तरह इन्फीरियरिटी कॉम्प्लेक्स है या सुपीरियरिटी कॉम्प्लेक्स है या फीलिंग्स ऑफ फियर है, फीलिंग्स ऑफ हॉट कोल्ड, ये सारियां जिहड़ियां चीज़ां ने ये डिफरेंट टाइप्स ऑफ फीलिंग्स परसैप्शनस कंपलैक्सिस ਉਹਦੇ ਮਾਈਂਡ 'ਚ ਬਣਦੀਆਂ ਨੇ ਐਂਡ ਦੇ ਮੇਕ ਦ ਅਨਕੌਂਸ਼ੀਅਸ ਆਈਡੈਂਟਿਟੀ। ਇਹ ਉਹਦੀ ਥਿਉਰੀ ਦਾ ਇੱਕ ਹਿੱਸਾ ਹੈ। ਦੂਸਰੇ ਹਿੱਸੇ 'ਚੋਂ ਇਹ ਕਹਿੰਦਾ ਹੈ ਕਿ ਈਗੋ ਜਿਹੜੀ ਹੈ ਜਿਸ ਨੂੰ ਅਸੀਂ ਹੰਕਾਰ ਕਹਿੰਦੇ ਹਾਂ ਉਹ ਸਾਡੀ ਲਾਈਫ ਵਿੱਚ ਬਾਅਦ 'ਚ ਆਉਂਦਾ ਹੈ ਜਦ ਅਸੀਂ ਵੱਡੇ ਹੁੰਦੇ ਹਾਂ। 2-3 ਸਾਲ ਤੋਂ ਉੱਪਰ ਜਿਉਂ-ਜਿਉਂ ਅਸੀਂ ਵੱਡੇ ਹੁੰਦੇ ਜਾਂਦੇ, ਛੋਟੀਆਂ-ਛੋਟੀਆਂ ਅਚੀਵਮੈਂਟਸ ਕਰਦੇ ਹਾਂ। ਕੋਈ ਸਕੂਲ 'ਚ ਪ੍ਰਾਈਜ਼ ਮਿਲ ਗਿਆ, ਕੋਈ ਮੈਚ ਜਿੱਤ ਲਿਆ ਬੱਚੇ ਨੇ, ਕੋਈ ਉਸ ਨੂੰ ਸ਼ਾਬਾਸ਼ ਕਿਸੇ ਨੇ ਦੇ ਦਿੱਤੀ, ਕੋਈ ਹੋਰ ਇਨਾਮ ਦੇ ਦਿੱਤਾ ਜਾਂ ਕੋਈ ਹੋਰ ਉਸਨੇ ਗੇਨ ਉਸਨੂੰ ਹੋਇਆ, ਤਾਂ ਉਹਦੇ ਮਨ 'ਚ ਇੱਕ ਹੌਲੀ 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 ਈਗੋ ਸ਼ੁਰੂ ਹੁੰਦਾ ਔਰ ਇਹ ਲੇਟਰ ਲਾਈਫ 'ਚ ਆਉਂਦਾ। ਜਿਸ ਵੇਲੇ ਬੰਦਾ ਵੱਡਾ ਹੋ ਜਾਂਦਾ ਹੈ, ਕੋਈ ਵੱਡੀ ਪੋਜੀਸ਼ਨ ਮਿਲ ਜਾਂਦੀ ਹੈ, ਅਹੁਦਾ ਮਿਲ ਗਿਆ, ਫਿਰ ਤਾਂ ਈਗੋ ਹੋਰ ਵੀ ਵੱਧ ਜਾਂਦੀ ਹੈ। ਫਿਰ ਪਹਿਲੇ ਜਿਹੜੀ ਯਾਨੀ ਇਨੋਸੈਂਟ ਕਿਸਮ ਦੀ ਈਗੋ ਹੁੰਦੀ ਹੈ ਉਹ ਬਾਅਦ 'ਚ ਬਹੁਤ ਅਗਰੈਸਿਵ ਔਰ ਆਊਟਲੈਂਡਿਸ਼ ਹੋ ਜਾਂਦੀ ਹੈ। ਇਸ ਨੂੰ ਹੰਕਾਰ ਅਸੀਂ ਕਹਿੰਦੇ ਹਾਂ। ਇਸੇ ਦੀ ਗੁਰੂ ਸਾਹਿਬ ਬਾਰ-ਬਾਰ ਜ਼ਿਆਦਾ ਜ਼ਿਕਰ ਇਸ ਦਾ ਕਰਦੇ ਨੇ। ਹਾਲਾਂਕਿ ਜਿਹੜੀ ਆਈਡੈਂਟਿਟੀ ਵਾਲੀ ਗੱਲ ਹੈ ਉਹ ਵੀ ਗੁਰਬਾਣੀ 'ਚ ਕਈ ਜਗ੍ਹਾ ਦੇ ਉੱਤੇ ਆਈ ਹੈ, ਪਰ ਮੈਂ ਉਹ ਲਿਖ ਨਹੀਂ ਸਕਿਆ। ਇਸ ਨੂੰ ਮੈਂ ਸਮਝਣ ਵਾਸਤੇ ਆਪਣੇ ਸਮਝਣ ਲਈ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਇਸ ਨੂੰ ਅਸੀਂ ਜਿਸ ਤਰ੍ਹਾਂ ਇੱਕ ਕੰਪਿਊਟਰ ਦੀ ਰੈਮ ਹੁੰਦੀ, ਰੈਂਡਮ ਐਕਸੈਸ ਮੈਮਰੀ। ਸੋ ਐਟ ਰੈਂਡਮ ਤੁਹਾਡੀ ਕੋਈ ਵੀ ਅਚੀਵਮੈਂਟ ਜਿਹੜੀ ਹੈ that gets stored into that memory। ਇਹ ਤੁਸੀਂ ਇਰੇਸ ਵੀ ਕਰ ਸਕਦੇ ਹੋ, ਐਡ ਵੀ ਕਰ ਸਕਦੇ ਹੋ, ਡਿਲੀਟ ਵੀ ਕਰ ਸਕਦੇ ਹੋ, ਕੁਝ ਵੀ ਕਰ ਸਕਦੇ ਹੋ। ਕੰਪੇਅਰ ਟੂ ਰੋਮ ਜਿਹੜੀ ਹੈ ਉਹ ਲਗਭਗ ਉਸ ਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ। ਪਰ ਰੈਮ ਜਿਹੜੀ ਹੈ ਰੈਂਡਮ ਐਕਸੈਸ, ਇਹ ਜਿਹੜੀ ਬਾਅਦ ਦੇ ਵਿੱਚ ਅਸੀਂ ਐਕਵਾਇਰ ਕਰਦੇ ਹਾਂ ਲਾਈਫ ਵਿੱਚ ਕੌਨਸ਼ੀਅਸਲੀ, ਦਿਸ ਇਜ਼ ਅ ਕੌਨਸ਼ੀਅਸ ਹਿਊਮਨ ਮਾਈਂਡ ਸਟੇਟ, ਇਸ ਨੂੰ ਅਸੀਂ ਇਰੇਸ ਕਰ ਸਕਦੇ। ਔਰ ਉਹ ਇਹ ਕਹਿੰਦਾ ਕਿ ਇੱਕ ਥਰਡ ਸਟੇਜ ਹੈ ਜਿਸ ਦੀ ਕਿ ਹੋਂਦ ਆਉਂਦੀ ਹੈ ਮੋਰਲ ਫਰੇਮਵਰਕ ਤੋਂ। ਮੋਰਲ ਫਰੇਮਵਰਕ ਕੀ ਹੈ ਕਿ ਸਾਨੂੰ ਸਾਡੇ ਪੇਰੈਂਟਸ, ਸਾਡੇ ਗੁਰੂ ਸਾਹਿਬਾਨ, ਬਾਣੀ, ਹੋਰ ਅੱਛੇ ਜਗ੍ਹਾ ਤੋਂ ਇਹ ਪਤਾ ਲੱਗਦਾ ਕਿ ਨਹੀਂ ਇਹ ਗੱਲ ਗਲਤ ਹੈ, ਇਹ ਨਹੀਂ ਕਰਨੀ, ਇਹ ਠੀਕ ਹੈ, ਇਹ ਕਰਨੀ ਹੈ।
ਇਹ ਇੱਕ ਕਿਸਮ ਦਾ ਮੋਰਲ ਫਰੇਮਵਰਕ ਸਾਡੇ ਮਾਈਂਡ ਵਿੱਚ ਕ੍ਰੀਏਟ ਕੀਤਾ ਜਾਂਦਾ ਹੈ ਅੱਛੇ ਲੋਕਾਂ ਦੀ ਸੰਗਤ ਤੋਂ, ਅੱਛੀ ਵਿਦਿਆ ਤੋਂ, ਮਹਾਪੁਰਸ਼ਾਂ ਤੋਂ। ਉਹ ਇੱਕ ਕਿਸਮ ਦਾ ਸੁਪਰ ਈਗੋ ਹੁੰਦੀ ਹੈ। ਉਸ ਸੁਪਰ ਈਗੋ ਵਿੱਚ ਅਸੀਂ ਕਿਸੇ ਨੂੰ ਹੰਕਾਰ ਦਾ ਪ੍ਰਗਟਾਵਾ ਨਹੀਂ ਕਰ ਰਹੇ। ਆਪਣੀ ਜਿਹੜੀ ਸੈਕੰਡ ਸਟੇਜ ਦੀ ਈਗੋ ਹੈ, ਜਿਸ ਨੂੰ ਮੈਂ ਨੰਬਰ 2 ਦੇ ਅੱਗੇ ਲਿਖਿਆ, ਉਸ ਈਗੋ ਨੂੰ ਇਹ ਸੁਪਰ ਈਗੋ ਜਿਹੜੀ ਹੈ ਮੋਰਲ ਫਰੇਮਵਰਕ ਵਾਲੀ, ਇਹ ਉਸ ਨੂੰ ਰੈਗੂਲੇਟ ਕਰਦੀ ਹੈ, ਉਸ ਨੂੰ ਕੰਟਰੋਲ ਕਰਦੀ ਹੈ ਔਰ ਸਾਨੂੰ ਦੱਸਦੀ ਹੈ ਕਿ ਨਹੀਂ, ਅਗਰ ਤੁਹਾਨੂੰ ਪਰਮਾਤਮਾ ਨੇ ਕੋਈ ਅਹੁਦਾ ਦਿੱਤਾ ਹੈ, ਵਿਦਿਆ ਦਿੱਤੀ ਹੈ, ਪੈਸਾ ਦਿੱਤਾ ਹੈ, ਕੋਈ ਸੋਸ਼ਲ ਸਟੇਟਸ ਦਿੱਤਾ ਹੈ, ਜਾਂ ਸੋਸਾਇਟੀ ਦੇ ਵਿੱਚ ਤੁਹਾਨੂੰ ਰਿਸਪੈਕਟ ਦਿੱਤੀ ਹੈ, ਹੋਰ ਇਹਨੇ ਕੁਝ ਦਿੱਤਾ ਹੈ, ਤਾਂ ਇਹਦਾ ਹੰਕਾਰ ਨਹੀਂ ਕਰਨਾ। ਇਹ ਸੁਪਰ ਈਗੋ ਇਜ਼ ਅ ਟਾਈਪ ਆਫ regulator of the ego, and it can also regulate the identity of the person, although ਉਸ ਦੇ ਸੰਸਕਾਰ ਜਿਹੜੇ ਨੇ ਉਹ ਉੱਥੇ ਹੀ ਨੇ, ਉਹ ਬਦਲੇ ਨਹੀਂ, ਪਰ ਉਹਨਾਂ ਸੰਸਕਾਰਾਂ ਨੂੰ ਓਵਰਪਾਵਰ ਜ਼ਰੂਰ ਕੀਤਾ ਜਾ ਸਕਦਾ ਹੈ through this third stage of moral and ethical framework। ਤੁਸੀਂ ਇਸ ਦੇ ਨਾਲ, ਇਹ ਉਸ ਦੇ 3 ਬੇਸਿਕ ਪੋਸਟੂਲੇਟਸ ਨੇ ਜਿਹੜੀ ਸਾਈਕੋ ਐਨਾਲਿਸਿਸ ਦੀ ਥਿਉਰੀ ਸਿਗਮੰਡ ਫਰਾਇਡ ਨੇ ਦਿੱਤੀ, ਔਰ ਜਿਸ ਨੂੰ ਅੱਜ ਅਸੀਂ ਸਭ ਤੋਂ ਜ਼ਿਆਦਾ ਪ੍ਰਵਾਨ ਕਰਦੇ ਹਾਂ। ਹੋਰ ਵੀ ਹਨ, ਪਰ ਮੈਂ ਸਿਰਫ ਇੱਕ ਹੀ ਲਈ ਕਿਉਂਕਿ ਇੱਥੇ ਮੇਰੀ ਗੱਲ ਸਮਾਪਤ ਹੋ ਰਹੀ ਹੈ। ਤੇ ਹੁਣ ਮੈਂ ਇਹ ਲਾਸਟ ਮੇਰਾ ਸਲਾਈਡ ਹੈ ਕਿ ਗੁਰਬਾਣੀ ਨੇ, ਤੁਸੀਂ ਦੇਖੋ ਕਿ ਇਹ ਸਾਰੀਆਂ ਗੱਲਾਂ 14ਵੀਂ ਔਰ 15ਵੀਂ ਸਦੀ ਦੇ ਵਿੱਚ ਦਸੀਆਂ, ਸਾਨੂੰ ਸਮਝਾਈਆਂ ਗੁਰਬਾਣੀ ਦੇ ਜ਼ਰੀਏ ਕਿ ਨਿੰਦਾ ਔਰ ਉਸਤਤ ਦੋਨੋਂ ਜਿਹੜੇ ਨੇ, ਗੁਰੂ ਸਾਹਿਬ ਕਹਿੰਦੇ ਇਹਨਾਂ ਨੂੰ ਤਿਆਗ ਦਿਓ। ਔਰ ਜਿਹੜਾ ਨਿਰਵਾਣ ਪਦ ਹੈ, ਜਾਂ ਜਿਹੜਾ ਉਹਨਾਂ ਨੇ ਕਿਹਾ ਦੋਹੂ ਤਿਆਗੋ ਪਾਈਏ ਪਦ ਨਿਰਵਾਣ, ਉਸ ਦੇ ਲਈ ਕਹਿੰਦੇ ਇਹਨਾਂ ਨੂੰ ਦੋਨਾਂ ਤੋਂ ਪਰੇ ਰਹੋ। ਕੋਈ ਕਰਦਾ ਹੈ ਤਾਂ ਉਸ ਨੂੰ ਇਗਨੋਰ ਕਰ ਦਿਓ, ਤੇ ਆਪ ਕਿਸੇ ਨਾਲ ਕਰੋ ਨਾ, ਆਪ ਸੁਣੋ ਨਾ। ਇਹ ਸਾਰੀਆਂ ਅੱਛੀਆਂ ਗੱਲਾਂ ਜਿਹੜੀਆਂ ਨੇ 14ਵੀਂ ਔਰ 15ਵੀਂ ਸਦੀ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਨੇ ਬਾਣੀ 'ਚ ਲਿਖੀਆਂ ਨੇ, ਸਮਝਾਈਆਂ ਨੇ, ਔਰ ਖੁਦ ਉਹਨਾਂ ਨੇ ਆਪਣੇ ਜੀਵਨ ਵਿੱਚ ਉਹ ਗੱਲਾਂ ਨੂੰ ਹੰਢਾ ਕੇ ਦਿਖਾਇਆ। ਕਿਸੇ ਨੇ ਉਹਨਾਂ ਨੂੰ ਮਾੜਾ ਕਿਹਾ, ਉਹਨਾਂ ਨੇ ਕੁਛ ਨਹੀਂ ਕਿਹਾ। ਪੰਜਵੇਂ ਪਾਤਸ਼ਾਹ ਨੂੰ ਨੇ, ਉਹਨਾਂ ਦੇ ਸਕੇ ਭਰਾ ਨੇ ਉਹਨਾਂ ਦੇ ਨਾਲ ਕੀ ਕੁਛ ਕੀਤਾ। 6ਵੇਂ ਗੁਰੂ ਸਾਹਿਬ ਨੂੰ ਜਾਨੋਂ ਮਰਵਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਕਦੇ ਆਪਣੇ ਮੂੰਹੋਂ ਉਹਨਾਂ ਨੂੰ ਮਾੜਾ ਸ਼ਬਦ ਨਹੀਂ ਕਿਹਾ, ਉਸ ਗੱਲ ਨੂੰ ਇਗਨੋਰ ਕਰ ਦਿੱਤਾ। ਆਪ ਕਿਸੇ ਨੂੰ, ਉਹਨਾਂ ਨੂੰ ਕੋਈ ਬਦਦੁਆ, ਕੋਈ ਬਦਅਸੀਸ ਨਹੀਂ ਦਿੱਤੀ ਵੀ ਤੁਸੀਂ ਮੇਰਾ ਮਾੜਾ ਕਰ ਰਹੇ ਤੇ ਤੁਹਾਡਾ ਇਹ ਹੋ ਜਾਏ, ਐਦਾਂ ਵੀ ਨਹੀਂ ਕੀਤਾ। ਇਹ ਉਹਨਾਂ ਨੇ ਆਪਣੇ ਆਪ ਤੇ ਕਰਕੇ ਦਿਖਾਇਆ। ਜੇ ਗੁਰੂ ਨਾਨਕ ਸਾਹਿਬ ਨੂੰ ਉਸ ਵੇਲੇ ਲੋਕਾਂ ਨੇ ਕਿਹਾ ਕਿ ਬਹਾਰਾਨਾ ਹੋ ਗਏ ਨੇ, ਜਾਂ ਇਹ ਕਹਿਤਾ ਕਿ ਉਹ ਬੇਈਨ ਨਦੀ ਦੇ ਵਿੱਚ ਡੁੱਬ ਗਏ ਨੇ, ਤਾਂ ਉਹਨਾਂ ਨੇ ਉਸ ਗੱਲ ਦਾ ਵੀ ਕੋਈ ਗੁੱਸਾ ਨਹੀਂ ਕੀਤਾ, ਕਿਸੇ ਨੂੰ ਕੁਛ ਨਹੀਂ ਕਿਹਾ। ਜਿਹੜੇ ਸੰਸਾਰ ਨੂੰ ਤਾਰਨ ਆਏ ਸੀ, ਉਹਨੂੰ ਅਗਰ ਕੋਈ ਨਿੰਦਕ ਹੀ ਹੈ ਜਿਹੜਾ ਉਹਨਾਂ ਨੂੰ ਇਹ ਕਹਿ ਸਕਦਾ ਵੀ ਉਹ ਡੁੱਬ ਗਏ ਨੇ। ਐਨੀਵੇ, ਉਹਨਾਂ ਨੇ ਅੱਜ ਤੋਂ 500 ਸਾਲ ਪਹਿਲੇ ਇਹ ਗੱਲਾਂ ਕਈਆਂ ਵੀ ਸਮਝਾਈਆਂ ਵੀ, ਲਿਖੀਆਂ ਵੀ, ਔਰ ਖੁਦ ਕਰਕੇ ਵੀ ਦਿਖਾਈਆਂ ਕਿ ਮੈਂ ਆਪਣੇ ਆਪ ਤੇ ਹੰਢਾ ਕੇ ਵੀ ਦਿਖਾਈਆਂ, ਬਰਦਾਸ਼ਤ ਵੀ ਕੀਤਾ ਔਰ ਐਗਜ਼ਾਮਪਲ ਵੀ ਪੇਸ਼ ਕੀਤਾ। ਸੋ ਇੱਕ ਉਹਨਾਂ ਨੇ ਜਿਹੜੀ ਗੱਲ ਕਹੀ ਹੈ, ਉਹ ਸਾਇੰਟੀਫਿਕ ਐਨਾਲਿਸਿਸ ਦੇ ਨਾਲ ਜਿਹੜੀ ਮੈਨੂੰ ਲੱਗਾ ਕਿ ਮਿਲਦੀ ਹੈ, ਉਹ ਹੈ ਸੁਪਰ ਈਗੋ ਵਾਲੀ ਗੱਲ, ਜਿਹੜੀ ਫਰਾਇਡ ਦੀ ਥਿਉਰੀ ਵਿੱਚੋਂ ਨਿਕਲਦੀ ਹੈ। ਫਰਾਇਡ ਇਹ ਕਹਿੰਦਾ ਕਿ ਸੁਪਰ ਈਗੋ ਜਿਹੜੀ ਹੈ ਉਹ ਅੱਛੇ ਲੋਕਾਂ ਦੇ ਨਾਲ ਬੈਠਣ ਨਾਲ, ਅੱਛੀਆਂ ਗੱਲਾਂ ਪੜ੍ਹਨ ਨਾਲ, ਸੁਣਨ ਨਾਲ ਜਿਸ ਵਕਤ ਪ੍ਰਬਲ ਹੋ ਜਾਂਦੀ ਹੈ, ਤਾਂ ਉਹ ਇਨਸਾਨ ਦੀ ਐਕਵਾਇਰਡ ਈਗੋ ਜਾਂ
ਜਿਹੜੀ ਬਚਪਨ ਦੇ ਵਿੱਚ ਸੰਸਕਾਰੀ ਆਈਡੈਂਟੀਟੀ ਬਣਦੀ, ਇਹਨਾਂ ਦੋਨਾਂ ਨੂੰ ਓਵਰਪਾਵਰ ਕਰ ਸਕਦੀ ਹੈ, ਉਹਨਾਂ ਨੂੰ ਕੰਟਰੋਲ ਕਰ ਸਕਦੀ ਹੈ, ਐਂਡ ਇਟ ਕੈਨ ਸ਼ੋ ਅਸ ਦੀ ਰਾਈਟ ਵੇ। ਗੁਰਬਾਣੀ ਪਹਿਲੇ ਹੈ ਔਰ ਸਾਈਕੋਲੋਜੀ ਜਾਂ ਸਾਈਕੋ ਐਨਾਲਿਸਿਸ ਉਸ ਤੋਂ ਬਾਅਦ 'ਚ ਹੈ। ਇਹਦਾ ਮਤਲਬ ਹੈ ਕਿ psychology has to follow Gurbani. It is a derivative of Gurbani and not a touchstone. ਅਸੀਂ ਇਹ ਨਹੀਂ ਕਹਿ ਸਕਦੇ ਕਿ ਬਈ ਗੁਰਬਾਣੀ ਸਾਇੰਸ ਦੇ ਅਨੁਸਾਰ ਹੈ। ਮੈਂ ਇਹ ਸਮਝਦਾ ਕਿ ਸਾਇੰਸ ਜਿਹੜੀ ਹੈ ਉਹ ਗੁਰਬਾਣੀ ਤੋਂ ਸਿੱਖਦੀ ਹੈ। ਇਹੀ ਮੇਰੀ ਅੱਜ ਦੀ ਇਹ ਸਾਰੀ ਗੱਲ ਦਾ ਨਿਚੋੜ ਸੀ। ਔਰ ਅੱਜ ਜਿਹੜਾ ਸ਼ਬਦ ਵੀ ਪੜ੍ਹਿਆ ਗਿਆ, ਜਿੱਥੇ ਜਾਏ ਬਹੀਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੇ, ਉਹ ਵੀ ਇਸੇ ਗੱਲ ਦੀ ਪ੍ਰੋੜਤਾ ਹੈ ਕਿ ਜਿੱਥੇ ਵੀ ਜਾਓ ਬੈਠੋ ਉੱਥੇ ਭਲਾ ਕਹੀਏ, ਕਿਸੇ ਨੂੰ ਮਾੜਾ ਨਾ ਕਹੀਏ। ਔਰ ਜੇ ਚੰਗਾ ਕਹਿਣਾ ਹੀ ਹੈ ਤਾਂ ਪਰਮਾਤਮਾ ਦੇ ਗੁਣ ਜਿਹੜੇ ਨੇ, ਉਸ ਤੇ ਜਿਹੜੀ ਬਾਣੀ ਹੈ ਉਸ ਨੂੰ ਚੰਗਾ ਕਹੋ, ਉਹਦਾ ਗੁਣਗਾਨ ਕਰੋ, ਉਹਦੀ ਪ੍ਰਸ਼ੰਸਾ ਕਰੋ, ਤਾਂ ਕਿ ਝੋਲ ਅੰਮ੍ਰਿਤ ਪੀਜੇ। ਝੋਲ ਅੰਮ੍ਰਿਤ ਜਿਹੜਾ ਹੈ ਇਹ ਤਾਂ ਹੀ ਮਿਲ ਸਕਦਾ ਹੈ ਜੇ ਨਾ ਨਿੰਦਾ ਕਰੀਏ ਕਿਸੇ ਦੀ, ਨਾ ਹੀ ਕਿਸੇ ਦੀ ਉਸਤਤ ਕਰੀਏ। ਉਸਤਤ ਕਰੀਏ ਤੇ ਗੁਰੂ ਦੀ ਕਰੀਏ, ਗੁਰਬਾਣੀ ਦੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।